ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਜਿਹੜਾ ਸੂਰਮਾ ਕਿਤਨੀ ਤਾਕਤ ਰੱਖਦਾ ਹੈ, ਕਿਤਨੀ ਅਕਲ ਰੱਖਦਾ ਹੈ, ਕਿਤਨਾ ਉਸ ਨੂੰ ਯੁੱਧ ਕਲਾ ਦਾ ਗਿਆਨ ਹੈ, ਇਹ ਸਾਰਾ ਪੈਂਦੇ ਖਾਨ ਨੂੰ ਪਤਾ ਹੈ। ਪਰ ਸਤਿਗੁਰੂ ਜੀ ਦੇ ਘਰ ਦਾ ਇਸ ਲਈ ਨੁਕਸਾਨ ਨਹੀਂ ਕਰ ਸਕਿਆ ਕਿ ਗੁਰੂ ਮਹਾਰਾਜ ਆਪ ਪਾਰ ਬ੍ਰਹਮ ਪਰਮੇਸ਼ਰ ਨੇ, ਉਹ ਕੋਈ ਲੰਕਾ ਨਹੀਂ ਜੇ ਢਾਹ ਦੇਵੇ। ਘਰ ਦਾ ਭੇਤੀ ਤਾਂ ਹੈ, ਪਰ ਨੁਕਸਾਨ ਇਸ ਦਾ ਆਪਣਾ ਹੀ ਹੋਇਆ। ਕਰਤਾਰਪੁਰ ਦੀ ਸਰਜ਼ਮੀਨ ਤੇ ਮਹਾਰਾਜ ਜੀ ਤੇ ਇਸਨੇ 3 ਵਾਰ ਕਰਨੇ ਚਾਹੇ, ਤਿੰਨੇ ਹੀ ਖਾਲੀ ਗਏ। ਇਹਦਾ ਮਤਲਬ ਇਹ ਹੈ ਕਿ 3 ਹਿੱਸਿਆਂ 'ਚ ਸਮੇਂ ਨੂੰ ਵੰਡਿਆ ਗਿਆ ਹੈ, ਭੂਤ, ਭਵਿਸ਼ ਤੇ ਵਰਤਮਾਨ। ਸਾਡੇ ਜੀਵਨ ਦੀ ਅਵਸਥਾ ਨੂੰ ਇਹ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਬਾਲ, ਜਵਾਨੀ ਔਰ ਬਿਰਧ ਫੁੱਲ। 3 ਹਿੱਸਿਆਂ ਵਿੱਚ ਵੰਡਿਆ ਗਿਆ। ਭਾਵ ਇਹ ਹੈ ਕਿ 3 ਕਾਲਾਂ ਵਿੱਚ ਜਦ ਵੀ ਕੋਈ ਮਨੁੱਖ ਗੁਰੂ ਦੇ ਸਿਧਾਂਤ ਤੇ ਵਾਰ ਕਰੇਗਾ, ਧਿਆਨ ਨਾਲ ਸੁਣਨਾ, ਗੁਰੂ ਦੀ ਮਰਿਆਦਾ ਨਾਲ ਖਿਲਵਾੜ ਕਰੇਗਾ, ਗੁਰੂ ਦੀ ਸਰਮਾਏ ਨਾਲ ਖਿਲਵਾੜ ਕਰੇਗਾ, ਗੁਰੂ ਦੀ ਸਿੱਖੀ ਨਾਲ ਖਿਲਵਾੜ ਕਰੇਗਾ, ਉਹ 3 ਵਾਰ 3 ਸਮਿਆਂ ਵਿੱਚ ਕੋਈ ਵੀ ਸਮਾਂ ਹੋਵੇ ਉਹ ਆਪਣੇ ਪ੍ਰਾਣ ਗਵਾ ਲਏਗਾ ਤੇ ਗੁਰੂ ਦੇ ਘਰ ਦਾ ਕੁਝ ਵਿਗਾੜ ਨਹੀਂ ਸਕੇਗਾ। ਮਤਲਬ ਇਹ ਹੈਗਾ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਮੁਕੱਦਸ ਸਰਜ਼ਮੀਨ ਤੇ ਟਿਕਾਣਾ ਹੈ। ਉਧਰੋਂ ਇਹ ਕੁਤਬਦੀਨ, ਕੁਤਬ ਖਾਨ ਔਰ ਇਸ ਤਰ੍ਹਾਂ ਦੇ ਨਾਲ ਕਾਲਾ ਖਾਨ, ਪੈਂਦੇ ਖਾਨ ਹੋਰ ਆਦਿਕ ਜਰਨੈਲ ਮਿਲ ਕੇ ਮਹਾਰਾਜ ਜੀ ਤੇ ਹਮਲਾਵਰ ਹੋਣ ਲਈ ਤਿਆਰੀ ਕਰ ਰਹੇ ਨੇ। ਚੜ੍ਹਾਈ ਕੀਤੀ, ਬੜਾ ਵੱਡਾ ਲਸ਼ਕਰ ਹੈ। ਔਰ ਇਸ ਤਰ੍ਹਾਂ ਦੇ ਨਾਲ ਕੁਤਬ ਖਾਨ ਬੈਠਿਓ, ਪਿੱਛਿਓ ਹਜ਼ਰਤ ਆਪਣੇ ਤੀਰ। ਸ਼ਾਹਜਹਾਨ ਨੇ ਆਖਿਆ ਆਪਣੇ ਕੋਲ ਬੈਠੇ ਨੂੰ ਦੇਖ ਕੇ, ਤੂੰ ਵੀ ਕਰ ਪ੍ਰਸਥਾਨ ਕੋ ਸੁਮਤਵੰਤ ਬੜ ਵੀਰ। ਸਾਡਾ ਬਹੁਤ ਨੁਕਸਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ, ਪਰ ਇਹ ਵੀ ਭੁੱਲ ਗਿਆ ਕਿ ਸਾਡਿਆਂ ਨੂੰ ਬਚਾਉਣ ਵਾਲੇ ਤਾਂ ਗੁਰੂ ਹਰਗੋਬਿੰਦ ਸਾਹਿਬ ਹੀ ਨੇ। ਜਦ 2 ਸ਼ੇਰ ਛਾਤੀ ਤੇ ਜਹਾਂਗੀਰ ਦੀ ਤੇ ਚੜ੍ਹੇ ਸਨ ਤੇ ਬਚਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੀ। ਇਸ ਦਾ ਵੀ ਮਹਾ ਪਾਪ ਹੈ ਕਿ ਬਚਾਉਣ ਵਾਲੇ ਨੂੰ ਮਾਰਨ ਦੀ ਤਿਆਰੀ ਕਰ ਰਿਹਾ। ਜ਼ਿੰਦਗੀ ਵਿੱਚ ਇਹ ਗੁਨਾਹ ਕਦੇ ਨਾ ਕਰਨਾ ਬਈ ਜਿਸ ਨੇ ਤੁਹਾਡੇ ਨਾਲ ਭਲਾ ਕੀਤਾ ਹੋਵੇ ਉਸ ਦਾ ਬੁਰਾ ਨਹੀਂ ਕਰਨਾ। ਬੁਰਾ ਤਾਂ ਕਿਸੇ ਦਾ ਵੀ ਨਹੀਂ ਕਰਨਾ, ਪਰ ਜਿਸ ਨੇ ਕਦੇ ਵੀ ਜ਼ਿੰਦਗੀ 'ਚ ਕੋਈ ਭਲਾ ਕੀਤਾ ਹੈ ਉਸ ਨੂੰ ਯਾਦ ਰੱਖਣਾ ਤੇ ਬੁਰਾ ਨਹੀਂ ਕਰਨਾ। ਬਲਕਿ ਮਹਾਰਾਜ ਤਾਂ ਇਹ ਕਹਿੰਦੇ ਨੇ, ਸਾਹਿਬ ਜੀ ਦੀ ਬਾਣੀ ਦਾ ਫਰਮਾਨ, ਹਜ਼ਰਤ ਬਾਬਾ ਫਰੀਦ ਜੀ ਦੇ ਬੋਲ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਮਨੁੱਖ ਦਾ ਪਤਨ ਉਸ ਵੇਲੇ ਹੋ ਜਾਂਦਾ ਹੈ ਜਦ ਭਲਾ ਕਰਨ ਵਾਲਿਆਂ ਨਾਲ ਬੁਰਾ ਕਰਦਾ ਹੈ। ਮਹਾਰਾਜ ਜੀ ਨੇ ਬਾਣੀ 'ਚ ਇਹ ਬੋਲ ਵੀ ਆਖੇ ਨੇ, ਸੰਤਾਂ ਨਾਲ ਵੈਰ ਕਮਾਵੰਦੇ, ਦੁਸ਼ਟਾਂ ਨਾਲ ਮੋਹ ਪਿਆਰ। ਇਹਨਾਂ ਨੂੰ ਫਿਰ ਅੱਗੇ ਪਿੱਛੇ ਕੋਈ ਸੁੱਖ ਨਹੀਂ ਮਿਲਦਾ ਤੇ ਬਾਰ-ਬਾਰ ਜੰਮਦੇ ਮਰਦੇ ਨਰਕ ਭੋਗਦੇ ਨੇ, ਜੂਨਾਂ ਦੇ ਚੱਕਰ 'ਚ ਪਏ ਰਹਿੰਦੇ ਨੇ। ਇਸ ਲਈ ਯਾਦ ਕਰਨਾ ਚਾਹੀਦਾ ਹੈ, ਭਾਵੇਂ ਕੋਈ ਕਿਤਨਾ ਹੀ ਮੁਖਾਲਫਤ ਕਰਦਾ ਹੋਵੇ, ਪਰ ਜੇ ਉਸਨੇ ਕਦੀ ਭਲਾ ਕੀਤਾ ਤਾਂ ਫਿਰ ਇਹ ਤੈਨੂੰ ਬੁਰਾ ਉਹਦਾ ਨਹੀਂ ਕਰਨਾ ਚਾਹੀਦਾ। ਸਮਝਾਓ, ਪਿਆਰ ਨਾਲ ਗੱਲਬਾਤ ਕਰੋ, ਵਿੱਚ ਕੋਈ ਬੰਦਾ ਪਾ ਲਓ, ਢੰਗ ਤਰੀਕਾ ਅਪਣਾ ਲਓ, ਪਰ ਅਗਲੇ ਦਾ ਬੁਰਾ ਹੋ ਜਾਏ ਉਸ ਤੋਂ ਬਚਾਓ ਕਰੋ। ਪਰ ਬੜੇ ਲੋਕ ਤਾਂ ਮੈਂ ਅਰਜ਼ ਕਰਾਂ ਆਪਣਿਆਂ ਸਕਿਆਂ ਭਰਾਵਾਂ ਦਾ ਹੀ ਬੁਰਾ ਕਰਦੇ ਜਾਂਦੇ ਨੇ।
अपने बजुर्गों का ही बुरा करते जाते। साडे चो बहुत सारे ऐसे सिख ने जिहड़े अपने गुरु का ही बुरा करते हैं। पता है कौन ने? जिहड़े सवेरे उठ के पहले उस्तरा लभदे ने, कैंची लभदे ने, ये अपने गुरु का ही बुरा कर रहे। सवेरे उठ के पहले कालख वाली डब्बी लभदे ने भी मूँह ते चंगी तरह मल लईए, ये अपने गुरु का ही बुरा करते। पतत पुणा वधदा जा रहा है, ਇਹਦਾ मतलब है ਅਸੀਂ गुरु का बुरा कर रहे। ਅਸੀਂ ਪਹਿਰੇਦਾਰ नहीं बन सके सिक्खी दे, ਵੀ सिक्खी संभाली जावे। घरां विच शराबां दीयां बारां बन गईयां। ਚਾਹੀਦਾ ਇਹ ਸੀ तेरे घर ਦਾ सब तो सोहना ते सब तो वड्डा कमरा श्री गुरु ग्रंथ साहब जी का प्रकाश होंदा। चाहिदा ते सी, पर 12 बन गईयां। ऐसे लोग अपने गुरु का ही बुरा कर रहे ने, ते फिर गुरु का बुरा करने वाले सतगुर सबना का भला मनाएंदा, तिसदा बुरा क्यों होए? उन्हां गुरु साहिब का ते बुरा नहीं हो सकता। ये गुनाहगार लोग अपना ही बुरा करते हैं। इसलिए पैंदे खान ने बहुत वड्डा जगन पाप, बज्जर पाप किया, जो महाराज प्रति बुरा सोचा। हमलावर होया ते हमला किया, पर महाराज का वाल विंगा नहीं होया। ये कथा लगातार आप श्रवण करते आ रहे हो। बादशाह ने समझाया कुतुब खान नूं भी तू ही जा, तू बड़ा तकड़ा सूरबीर है। जलंधर विच तेरा बहुत वड्डा मान सन्मान है, तेरे अधीन तेरे तालक है। पैंदे खान का सहायक बन के ते तू जा ते गुरु हरगोबिंद साहब जी नूं पकड़ के लिया। सुनत कुतुब खां कह कर बंद। बादशाह के हाथ जोड़ के कहन लगा भी निश्चय गहे श्री हरगोबिंद, ये केड़ी वड्डी गल है? मैं तो झटपट निरसंदेह हर हाल विच श्री गुरु हरगोबिंद साहब नूं फड़ के लै आवांगा। वो कोई वस्तु ने जिहड़ी फड़ के लै आवेगा। अगे भी तो 3 जंगां विच यही कह के गए भी फड़ के लै आउणा, ते फड़ ते नहीं सके, बल्कि फड़क भी नहीं सके उन्हां दे सामने। पर यह कहंदा पिया भी इस तरह दे नाल मैं जावांगा। बड़ा प्रसन्न होया इसते शाहजहान, बड़े सरोपे दिते कीमती, और क्या जा काले खान सब संग मिले, चढ़न हेत कर मसलत भले। काले खान आदक ये जरनैल सारे जो बहुत वड्डे जंगजू और विजेता सन, कदी इन्हां दी किसी जंग च हार नहीं हुई सी। ये खतंगे अखीर सन, खदंगे अखीर शाहजहान दे पत्थे विच। इन्हां वर्गा कोई सूरमा नहीं सी। इन्हां विच इतना बल सी बई जे अपना शस्त्र मजबूत दरखत विच मारन ते पार लंघा देण, कट के सुट देंदे सन। इतने ताकतवर, इतने कमाए हुए शरीर, युद्ध कला दा इतना अभ्यास कि सामनेों जे कोई दुश्मन तीर चलावे ते उस तीर नूं अपने नेजे नाल रोक देंदे सन। बड़ा फखर सी शाहजहान नूं इन्हां ते क्या तुसी जाओ। इस तरह दे नाल नेजे आदक तोपां आदक लैके भाई साहब जी लिखते ने कितक तुफंग हाथ उठावें, हायन पगाए नचाए दिखावें। खुद बंदूकां विच हथ विच बंदूकां पकड़ के ते घोड़ियां ते दौड़दे ने, नचाउंदे ने घोड़ियां। दीरग तोमर हाथ उभारे, बड़े बड़े मजबूत ते लंबे नेजे अपने हत्थां 'च उच्चे करदे ने। बंबलियाले खर अनियारे ते सोहणे रेशमी फुम्मण नाल बन्ने होए अणी वाले तीर ने इन्हां दे नेजे ने। इस ढंग दे नाल बरखंडे तेगे दरम्यानी, बहुत सारे वड्डे खंडे, दरम्याने तेगे, भाव हर तरह का हथियार इन्हां दे कोल है।
खर खंडे तेगे दरम्यानी सैप सरोही सांग महानी इमलापुर ते चढ़ कर चाले सब समाज हित लरण संभाले। सारा जंगी साजो समान नाल लिया। तरह तरह के शस्त्र होंदे ने, एक तरह के नहीं होंदे। अज भी जड़ियाँ वख-वख मुल्कां दियां सेनावां ने उन्हां कोल वख-वख हथियार ने। पानी विच लड़न लई सब मैरीन ने उन्हां दे कोल, पनडुब्बियां ने, समुंदरी जहाज बेड़े ने, और एक तरह के एयरपोर्ट ने। उन्हां तो बंबारमेंट करने वाले जहाज़ भी उड़ाए जा सकते हैं, हवा च मार करने वाले। फिर हवा विच चले हुए वड्डियां मिज़ाइलां बंबां नूं रस्ते च रोकण वाले स्कड मिज़ाइलां, पैट्रियोट मिज़ाइलां ते होर इस तरह के वख-वख हथियार ने। इक्को तरह के हथियार नहीं होंदे, बहुत तरह तरह के हथियार वख-वख थां ते लड़न वाले, कम देण वाले। और बड़ी विशेष ट्रेनिंग उन्हां जंगजू सूरमियां दी हुंदी है। ये सारे लाहौर तो चढ़ के चल पे। सब समाज हित लरण संभाले, सारा जंगी साजो समान नाल लैके ते पार ब्रह्म परमेश्वर जोत गुरु हरगोबिंद साहब नूं फड़न आए। बई जांदियां ही फड़ के लै आउणा। 50,000 सैना है इन्हां दी, घट नहीं। वड्डी सैना ते वड्डे जरनैल ते वड्डे शस्त्र ते वड्डा लक्ष्य बई गुरु हरगोबिंद साहब नूं फड़ के लियाउणा। अगली कथा सरवण करिए पेशतर। जितने महाराज जी की हाज़री भर रहे हो, सतगुरु जी नूं नमस्कार ते सत्कार करदिया होया आखो धन गुरु हरगोबिंद साहिब जी महाराज। एक दफा फिर सारे आखो जी धन गुरु हरगोबिंद साहिब जी महाराज। घर खंडे हाँ 15 कोस जाए के डेरा। पहला डेरा इन्होंने 15 को लाहौर तो चल के कर लिया। इन्ना की सफर होंदा सी, घोड़े थक जाते सन, बैल थक जाते सन, ते घोड़ियां ते सफर करना भी कोई सौखा नहीं, लागा लग जाता। अज वांगू तो नहीं सी ना बई बड़ियां वधिया कारां विदेशां दियां बणियां होईयां, ट्रेनां, हवाई जहाज़, सफर बड़ा सौखा हो गया। उन्हां दिनां च नहीं सी। घोड़े की पिठ ते सफर करना सारा शरीर लागा लग जाता, बड़ा मुश्किल सी। ते घोड़े भी थक जाते सन। फिर कोई घोड़ियां विच पेट्रोल ते पैंदा नहीं सी भी पेट्रोल पंप ते जाके ते पेट्रोल दी नोजल मूँह विच रख दिओ, ये तो गल है नहीं सी। घाह पाउणा हुंदा सी, फिर घाह खुरचना हुंदा सी, भी सारा प्रबंध करना। इसलिए इन्ना की वध तो वध चल सकते सन। ये सफ़र करके ते 15 को चल के अज भी कुछ ज़्यादा ही चल पे। इन्हां ने टिकाणा कीता है निस विश्राम करन थल हेरा। ते सोहना थां देख लिया भी रात इत्थे आराम करांगे। ज़्यादा समान इन्हां ने नहीं खोलिया, ज़्यादा खलारा नहीं पाया भी रात रहना। एक एक बिस्तरा खोलिया होवेगा ते आराम करके सवेरे चल पे हो। अज साध संगत जी एक महान इतिहासक दिहाड़ा है। अज दे दिन श्री अबचल नगर नांदेड़ हजूर साहिब दे मुकाम धन धन गुरु गोबिंद सिंह महाराज जी ने अज तो कोई 313-14 साल पहला भाव 1708 नूं अज दे दिन गुरु ग्रंथ साहब जी दियां पहले परिक्रमा कीतियां, मत्था टेकिया, गुरता गद्दी ते बिराजमान कराया। ते फिर अज दे दिन महाराज जी ज्योति जोत समाए। अज दा वो महान दिन है। ज्योति जोत रली संपूर्ण थिया राम। शरीर उन्हां दा मिलिया नहीं, अंगीठा खोलण दी आग्या नहीं सी। इस ढंग दे नाल जिवें गुरु नानक देव महाराज जी का शरीर नहीं प्राप्त होया, 5 तत्तां च लीन हो गया, इस तरह गुरु गोबिंद सिंह जी महाराज आप स्वयं गुरु ग्रंथ साहब जी विच लीन हो गए।
ਔਰ ਸਰੀਰ ਪੰਜਾਂ ਤੱਤਾਂ ਵਿੱਚ ਲੀਨ ਹੋ ਗਿਆ। ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁਗ ਅਟਲ ਗੁਰਤਾ ਪ੍ਰਦਾਨ ਕਰਕੇ ਆਪ ਜੋਤੀ ਵਿੱਚ ਜੋਤ ਮਿਲ ਗਏ। ਅੱਜ ਉਹਨਾਂ ਦਾ ਮਹਾਨ ਜੋਤੀ ਜੋਤ ਦਿਵਸ ਹੈ। ਕੱਲ ਇਸ ਵੇਲੇ ਦਾਸ ਉੱਥੇ ਸ੍ਰੀ ਹਜ਼ੂਰ ਸਾਹਿਬ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਤੇ ਅੱਜ ਇੱਥੇ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਹਾਜ਼ਰ ਹੋ ਗਿਆ। ਬਹੁਤ ਸਾਰੀਆਂ ਸੰਗਤਾਂ ਉੱਥੇ ਹਰ ਸਾਲ ਇਹਨਾਂ ਸਮਾਗਮਾਂ ਵਿੱਚ ਪਹੁੰਚਦੀਆਂ ਨੇ। ਗੁਰਮੁਖ ਪਿਆਰੀ ਆਤਮਾ ਸ਼੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸ੍ਰੀ ਤਖਤ ਹਜ਼ੂਰ ਸਾਹਿਬ, ਉਹਨਾਂ ਦੇ ਸਹਿਯੋਗੀ ਜਥੇਦਾਰ ਜੋਤਿੰਦਰ ਸਿੰਘ ਜੀ ਔਰ ਸਾਰੇ ਪੰਡ ਪਿਆਰੇ ਸਾਹਿਬਾਨ, ਸਾਰਾ ਪ੍ਰਬੰਧ। ਮਿਨਹਾਸ ਜੀ ਮੁੱਖ ਸੇਵਾਦਾਰ ਨੇ, ਢਿੱਲੇ ਨੇ ਥੋੜੇ ਜਿਹੇ, ਉਹਨਾਂ ਲਈ ਤੁਸੀਂ ਅਰਦਾਸ ਕਰਨਾ ਬਈ ਗੁਰੂ ਸਾਹਿਬ ਉਹਨਾਂ ਨੂੰ ਸਿਹਤ ਬਖਸ਼ਣ ਤੇ ਅਜ਼ੀਮੁਲ ਸ਼ਾਨ ਤਖਤ ਸੱਚਖੰਡ ਅਬਚਲ ਨਗਰ ਹਜ਼ੂਰ ਸਾਹਿਬ ਜੀ ਦੀ ਸੇਵਾ ਵਿੱਚ ਉਹਨਾਂ ਨੂੰ ਵੱਡੀ ਸੇਵਾ ਦਾ ਮੌਕਾ ਬਣੇ। ਇਸ ਤਰ੍ਹਾਂ ਬਹੁਤ ਸਹਿਯੋਗ ਸੰਗਤਾਂ ਦਾ ਤੇ ਬੜਾ ਸੈਲਾਬ ਸੰਗਤਾਂ ਦਾ ਉੱਥੇ ਦੇਖਣ ਨੂੰ ਮਿਲਿਆ। ਮਹਾਰਾਜ ਜੀ ਦੇ ਇਹ ਪਾਵਨ ਸਿਧਾਂਤ ਸਾਨੂੰ ਹਿਰਦੇ 'ਚ ਅਪਣਾ ਕੇ ਰੱਖਣੇ ਚਾਹੀਦੇ ਨੇ ਬਈ ਜਿਸਨੇ ਕਦੀ ਭਲਾ ਕੀਤਾ ਹੋਵੇ ਉਹਦਾ ਬੁਰਾ ਨਹੀਂ ਕਰਨਾ। ਵੈਸੇ ਤੇ ਪਰ ਕਾ ਬੁਰਾ ਨਾ ਰੱਖੋ ਚੀਤ, ਮਨ ਵਿੱਚ ਹੀ ਨਾ ਆਉਣ ਦਿਓ, ਪਰ ਇੰਨਾ ਤੇ ਬੰਦਾ ਲਿਹਾਜ਼ ਕਰੇ ਵੀ ਜਿਹੜਾ ਭਲਾ ਹੀ ਕਰਦਾ ਉਹਦਾ ਬੁਰਾ ਕਿਉਂ ਕਰਨਾ। ਤੇ ਜੇ ਉਸ ਦਾ ਬੁਰਾ ਕਰਦਾ ਫਿਰ ਬੁਰਾ ਹੀ ਹੁੰਦਾ, ਫਿਰ ਭਲਾ ਝੋਲੀ 'ਚ ਨਹੀਂ ਪੈਂਦਾ। ਇਸ ਤਰ੍ਹਾਂ ਇਹ ਪੈਂਦੇ ਖਾਨ, ਕੁਤਬ ਖਾਨ, ਕਾਲੇ ਖਾਨ ਆਦਿਕ ਮਿਲ ਕੇ ਮਹਾਰਾਜ ਨੂੰ ਪਕੜਨ ਲਈ ਆਏ ਹਨ। ਮੌਜੂਦਾਤ ਲੀਨ ਸਭ ਹਿਨ ਕੀ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ ਕਿ ਮੌਜੂਦਾਤ ਲੀਨ ਸਭ ਹਿਨ ਕੀ। ਉੱਥੇ ਪਹੁੰਚ ਕੇ ਡੇਰਾ ਕਰਕੇ ਤੇ ਸਾਰਿਆਂ ਦੀ ਮੌਜੂਦਾਤ, ਸਾਰਿਆਂ ਦੀ ਹਾਜ਼ਰੀ ਲਈ ਵੀ ਫਲਾਣਾ ਹੈ, ਕਿੱਥੇ ਹੈ, ਕਿੱਥੇ ਉਹਨੇ ਟਿਕਾਣਾ ਕੀਤਾ, ਸਾਰਿਆਂ ਦੀ ਮੌਜੂਦਗੀ ਹੈ ਨਿਸ਼ਚਿਤ ਕੀਤਾ। ਨਿਜ ਨਿਜ ਮਿਸਲ ਬਣਾਏ ਪਟਣ ਕੀ। ਔਰ ਇਸ ਤਰ੍ਹਾਂ ਦੇ ਨਾਲ ਸੂਰਮੇ ਆਪਣੇ ਆਪਣੇ ਜਥੇ ਬਣਾ ਕੇ ਸਭ ਕੋ ਸਾਵਧਾਨ ਕਰ ਲੈਣਾ। ਸਾਰਿਆਂ ਨੂੰ ਸਾਵਧਾਨ ਅਲਰਟ ਕਰ ਦਿੱਤਾ। ਜੋ ਜੇ ਚਾਹਤ ਸੋ ਦੇ ਤੇ ਦੀਨਾ। ਇਸ ਤਰ੍ਹਾਂ ਜੋ ਜਿਸਨੇ ਮੰਗਿਆ ਵੀ ਇਹ ਚਾਹੀਦਾ ਹੈ ਖਾਣ ਵਾਸਤੇ ਜਾਂ ਹੋਰ, ਜੋ ਜਿਹਨੇ ਇਹਨਾਂ ਦੇ ਸੂਰਮਿਆਂ ਨੇ ਮੰਗਿਆ ਉਹ ਸਾਰਾ ਕੁਝ ਦਿੱਤਾ ਗਿਆ। ਔਰ ਕਿਹਾ ਵੀ ਹੋਰ ਵੀ ਜੋ ਲੋੜ ਹੋਵੇਗੀ ਦੇਵਾਂਗੇ। ਪਰ ਇੱਕੋ ਹੀ ਮਕਸਦ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਲਿਆਉਣਾ, ਤੇ ਕੋਈ ਪਿੱਠ ਨਾ ਦਿਖਾਵੇ। ਗੁਰੂ ਹਰਗੋਬਿੰਦ ਸਾਹਿਬ ਕੋਲ ਬੜਾ ਧਨ ਹੈ, ਆਪਾਂ ਲੁੱਟ ਕੇ ਲੈ ਆਉਣਾ, ਉਹ ਲੁੱਟ ਦਾ ਮਾਲ ਸਾਰਾ ਸਾਡਾ ਹੀ, ਅਸੀਂ ਵੰਡ ਲਵਾਂਗੇ। ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਲੋ ਜੋ ਖਾਣ, ਇਹਨਾਂ ਦੁੰਬੇ ਖਾਧੇ, ਇਹਨਾਂ ਸ਼ਰਾਬਾਂ ਪੀਤੀਆਂ, ਇਹਨਾਂ ਹੋਰ ਵੀ ਜੋ ਕੁਝ ਚਾਹੀਦਾ ਸੀ, ਜੇ ਕਿਸੇ ਕੋਲ ਸ਼ਸਤਰ ਮਾੜਾ ਸੀ ਉਹਨੇ ਬਦਲਵਾ ਲਿਆ, ਜੋ ਜਿਸ ਨੂੰ ਚਾਹੀਦਾ ਸੀ ਉਹ ਸਭ ਦਿੱਤਾ ਗਿਆ। ਖਾਨ ਪਾਨ ਕਰਕੇ ਤਿਸ ਥਾਨ। ਇਸ ਤਰ੍ਹਾਂ ਦੁੰਬੇ ਖਾ ਕੇ ਤੇ ਮਧੁਰਾ ਪਾਨ ਕਰਕੇ ਉਸ ਥਾਂ ਲਸਕਰ ਸੁਪਦ ਜਥਾ ਸੁਖਠਾਨ। ਔਰ ਜਿਹੜਾ ਸਾਰਾ ਲਸ਼ਕਰ ਸੀ, ਸੈਨਾ, ਇਹ ਬੜੇ ਆਰਾਮ ਨਾਲ ਸੌਂ ਗਈ। ਪਹਿਰੇਦਾਰ ਪਹਿਰੇ ਤੇ ਸਣਾ। ਵੱਡੀ ਪ੍ਰਾਤ ਤੇ ਵਜੇ ਨਗਾਰੀ। ਫਿਰ ਵੱਡਾ ਹਨੇਰਾ ਹੀ ਸੀ, ਅਜੇ ਸੂਰਜ ਨਹੀਂ ਸੀ ਚੜਿਆ। ਇਹਨਾਂ ਨੇ ਕੂਚ ਦਾ ਪੈਗਾਮ ਨਗਾਰੇ ਵਜਾ ਦਿੱਤੇ ਬਈ ਝਟਪਟ ਤਿਆਰ ਹੋ ਤੇ ਚੱਲੀਏ। ਯੋਧਾ ਉੱਠੇ ਕੀਨ ਸਭ ਤਿਆਰੀ। ਔਰ ਇਸ ਤਰ੍ਹਾਂ ਦੇ ਨਾਲ ਸਾਰੇ ਯੋਧੇ ਉੱਠੇ ਤੇ ਤਿਆਰ ਹੋ ਗਏ। ਪਾਏ ਹਯਨ ਪਰ ਨਿਜ ਨਿਜ ਜੀਨ। ਆਪਣੇ ਆਪਣੇ ਘੋੜਿਆਂ ਤੇ ਇਹਨਾਂ ਨੇ ਆਪਣੀਆਂ ਆਪਣੀਆਂ ਕਾਠੀਆਂ ਪਾ ਲਈਆਂ। ਦੂਰਨ ਤਵੇ ਅਰੂਢਨ ਕੀਨ। ਔਰ ਝਟਪਟ ਘੋੜਿਆਂ ਤੇ
ਸਵਾਰ ਹੋ ਗਏ ਹਨ ਵਡ ਮਤੰਗ ਪਰ ਪਾਏ ਅੰਬਾਰੀ। ਤੇ ਵੱਡੇ ਵੱਡੇ ਮਸਤ ਜੰਗੀ ਹਾਥੀਆਂ ਤੇ ਅੰਬਾਰੀਆਂ ਉਹਨਾਂ ਦੀ ਸਾਜ ਸਮਾਨ ਪਾ ਕੇ, ਕਾਠੇ ਆਦਿਕ ਹੁੱਦੇ ਆਦਿਕ ਪਾ ਕੇ ਲਾਗੀ ਜਰੀ ਸਤਾਰਨ ਸਾਰੀ। ਉਹ ਜਿਹੜੀਆਂ ਅੰਬਾਰੀਆਂ ਹਨ ਸਦਾ ਸ਼ਿੰਗਾਰ ਦੇ ਬਸਤਰ ਉਹਨਾਂ ਤੇ ਬਹੁਤ ਸੋਨੇ ਦੀ ਜ਼ਰੀ ਦਾ ਤੇ ਸਿਤਾਰਿਆਂ ਦਾ ਕੰਮ ਹੋਇਆ, ਚਮਕਦੀਆਂ ਹਨ। ਛੱਡ ਕਲੇ ਕਾ ਮਾਰਗ ਚਾਲਾ। ਔਰ ਇਸ ਤਰ੍ਹਾਂ ਦੇ ਨਾਲ ਚੜ ਕਾਲੇ ਖਾਂ ਮਾਰਗ ਚੱਲ। ਕਾਲੇ ਖਾਂ ਸਾਰੀਆਂ ਸੈਨਾਵਾਂ ਨੂੰ ਨਾਲ ਲੈ ਕੇ ਰਸਤੇ ਪੈ ਗਏ ਸ੍ਰੀ ਕਰਤਾਰਪੁਰ ਦੇ। ਗਮਨਿਓ ਲਸਕਰ ਸੰਗ ਵਿਸ਼ਾਲਾ। ਤੇ ਬਹੁਤ ਵੱਡਾ ਲਸ਼ਕਰ ਹੈ ਜੋ ਨਾਲ ਇਹਦੇ ਚੱਲ ਪਿਆ ਹੈ। ਧੁੰਦਲ ਬਜੇ ਸੈਂਕੜੇ ਆਗੇ। ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਨੇ ਅੱਗੇ ਤਰ੍ਹਾਂ ਤਰ੍ਹਾਂ ਦੇ ਦੁੰਦਬ ਨਗਾਰੇ ਭੇਰੀਆਂ ਆਦਿਕ ਸੈਂਕੜੇ ਗਿਣਤੀ ਹੈ ਵੱਜਦੇ ਜਾ ਰਹੇ ਹਨ। ਚਲੇ ਜਾਏ ਸੰਗਰ ਅਨੁਰਾਗੀ। ਤੇ ਜਿਹੜੇ ਇਹਨਾਂ ਦੇ ਸੂਰਮੇ ਜੰਗ ਨਾਲ ਬੜਾ ਪਿਆਰ ਕਰਦੇ, ਭਾਵ ਜੰਗ ਦੇਖ ਕੇ ਉਹਨਾਂ ਨੂੰ ਚਾਅ ਚੜ੍ਹ। ਚੰਗੀ ਗੱਲ ਹੈ, ਮਹਾਰਾਜ ਦਾ ਬਚਨ ਵੀ ਹੈ ਵੀ ਰਣ ਦੇਖ ਸੂਰੇ ਚਿੱਤ ਉਲਾਸ। ਮੈਦਾਨੇ ਜੰਗ ਦਾ ਸਮਾਂ ਹੋਵੇ ਤੇ ਸੂਰਮਾ ਉਤਸ਼ਾਹ ਨਾਲ ਭਰ ਜਾ, ਪਰ ਜੇ ਹੋਵੇ ਗਿੱਧੀ ਡਰਪੋਕ, ਉਹਨੂੰ ਪਤਾ ਚੱਲੇ ਸਾਡੇ ਪਿੰਡ ਦੇ ਲਾਗੇ ਕਿਤੇ ਮਾੜਾ ਮੋਟਾ ਜੰਗ ਆਉਣ ਵਾਲਾ, ਉਹ ਭੂਆ ਦੇ ਪਿੰਡ ਚਲਾ ਜਾਂਦਾ ਬਈ ਇੱਧਰ ਨੂੰ ਨਾ ਕੋਈ ਗੋਲੀ ਆ ਜਾਏ, ਜਾਂ ਇੱਧਰ ਨੂੰ ਨਾ ਕੋਈ ਸਰਰਾ ਆ ਜਾਏ, ਜਾਂ ਕੋਈ ਤੀਰ ਤੂਰ ਨਾ ਡਿੱਗ ਪਵੇ, ਕਿਉਂਕਿ ਆਪਣੀ ਗੰਜ 'ਚ ਟਿੰਡ 'ਚ ਜੇ ਡਿੱਗ ਪਿਆ ਤੇ ਲੱਭਣੀ ਕੋਈ ਨਹੀਂ। ਪਰ ਜਿਹੜੇ ਵਾਕਈ ਸੂਰਮੇ ਹੁੰਦੇ ਨੇ ਉਹਨਾਂ ਨੂੰ ਚਾਅ ਚੜ੍ਹਦਾ ਹੈ, ਉਹਨਾਂ ਦੇ ਡੋਲੇ ਫਰਕਦੇ ਨੇ, ਉਹਨਾਂ ਦੇ ਨੇਜੇ ਆਸਮਾਨਾਂ ਵੱਲ ਮੁਖੀਆਂ ਕਰ ਲੈਂਦੇ ਨੇ, ਉਹਨਾਂ ਦੀਆਂ ਤੇਗਾਂ ਨਾਗਣੀਆਂ ਦੀਆਂ ਤਰ੍ਹਾਂ ਸੂਕਦੀਆਂ ਹੋਈਆਂ ਮਿਆਨਾਂ 'ਚੋਂ ਬਾਹਰ ਆ ਜਾਂਦੇ। ਇਹਨਾਂ ਨੂੰ ਬੜਾ ਫਖਰ ਸੀ, ਨਾਲੇ ਸਰਕਾਰ ਦਾ ਸਾਰਾ ਹੱਥ ਸੀ, ਸ਼ਾਹਜਹਾਨ ਦੀ ਸਾਰੀ ਤਾਕਤ ਸੀ, ਔਰ ਇਹਨਾਂ ਦੀ ਨਜ਼ਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਨਾ ਹੀ ਸਭ ਤੋਂ ਵੱਡਾ ਲਕਸ਼ ਹੈ। ਮਾਰੇ ਗਹਿ ਕਰਤ ਬਕਵਾਦਾ। ਔਰ ਬੜਾ ਰੌਲਾ ਪਾਉਂਦੇ ਜਾ ਰਹੇ ਨੇ ਵੀ ਅਸੀਂ ਤਾਂ ਜਾਂਦੇ ਮਾਰ ਲੈਣਾ, ਫੜ ਲੈਣਾ, ਲੜਨ ਦੀ ਤਾਂ ਲੋੜ ਹੀ ਨਹੀਂ ਪੈਣੀ। ਸੁਨ ਸੁਨ ਕਾ ਲੇਖਾਂ ਅਹਲਾਦਾ। ਇਹਨਾਂ ਦੇ ਸਿਪਾਹੀਆਂ ਦਾ, ਸਿਪਾਹੀ ਸਲਾਰਾਂ ਦਾ ਇਹ ਬਕਵਾਦ ਸੁਣ ਕੇ ਕਾਲੇ ਖਾਂ ਬੜਾ ਖੁਸ਼ ਹੋ ਰਿਹਾ ਵੀ ਲੈ ਇਹ ਤੇ ਠੁੱਡ ਨਾਲ ਹੀ ਸਿਆ ਮਾਰ ਲੈਣਾ। ਪਰ ਅੱਗੇ ਪਤਾ ਨਹੀਂ ਵੀ ਕੌਣ ਬੈਠੇ ਹੋਏ। ਅੱਗੇ ਵੀ ਆਏ, ਪਹਿਲੇ 7,000 ਲੈ ਕੇ, ਫਿਰ 14,000 ਲੈ ਕੇ, ਫਿਰ 35,000 ਲੈ ਕੇ, ਤੇ ਅੱਗੇ ਤੇ ਕੋਈ ਲੱਭਿਆ ਨਹੀਂ। ਤੁਹਾਡਾ ਦੇਖੋ ਕੀ ਬਣਦਾ। ਇਸ ਤਰ੍ਹਾਂ ਬੜੇ ਚਾਅ ਵਿੱਚ ਜਾ ਰਹੇ ਨੇ ਵੀ ਜਾਂਦਿਆਂ ਹੀ ਐ ਫੜ ਕੇ ਲੈ ਆਉਣਾ। ਨਦੀ ਵਿਭਾਸਾ ਕੇ ਤਟ ਆਏ। ਇਸ ਤਰ੍ਹਾਂ ਇਹ ਚਲਦੇ ਚਲਦੇ ਦਰਿਆ ਬਿਆਸਾ ਦੇ ਕਿਨਾਰੇ ਆ ਪਹੁੰਚੇ ਹਨ। ਕਰਤਾਰਪੁਰ ਸਾਹਿਬ ਜਲੰਧਰ ਵਾਲੇ ਪਾਸੇ ਦਰਿਆ ਤੋਂ ਪਾਰ ਹੈ, ਇੱਧਰੋਂ ਜਾਈਏ ਤੇ ਉਰਾਰ ਹੈ, ਉਧਰੋਂ ਫਿਰ ਇਹਨਾਂ ਸੋਚਿਆ ਵੀ ਹੁਣ ਰਾਤ ਨੂੰ ਦਰਿਆ ਨਾ ਪਾਰ ਕਰੀਏ, ਸਵੇਰੇ ਕਰਾਂਗੇ। ਜੈ ਕਹਤੇ ਕੇਵਟ ਬੁਲਵਾਏ। ਇੱਧਰੋਂ ਉਧਰੋਂ ਸਾਰੇ ਮਲਾਹ ਬੁਲਵਾ ਲਏ ਵੀ ਬੇੜੀਆਂ ਲੈ ਕੇ ਆਓ ਤੇ ਵੱਡਾ ਲਸ਼ਕਰ ਹੈ, ਪਾਰ ਕਰਨਾ ਹੈ। ਕਰੇ ਸਮੂਹ ਏਕ ਥਲ ਤਰਨੀ। ਸਾਰੀਆਂ ਬੇੜੀਆਂ ਇੱਧਰ ਉੱਧਰ ਦੇ ਘਾਟਾਂ ਤੋਂ ਇੱਥੇ ਇਕੱਠੀਆਂ ਕਰ ਲਈਆਂ। ਤੂਰਨ ਪਾਰ ਸੈਨ ਸਭ ਕਰਨੀ। ਤੇ ਨਾਲੇ ਸਭ ਨੂੰ ਕਿਹਾ ਵੀ ਖਬਰਦਾਰ ਜੇ ਕਿਸੇ ਨੇ ਦੇਰ ਕੀਤੀ ਝਟਪਟ ਸਾਰੀ ਸੈਨਾ ਪਾਰ ਕਰ। ਜਿਹੜੀ ਬੇੜੀ 'ਚ 10-10 ਬਹਿ ਸਕਦੇ ਸੀ 30-30 ਬਿਠਾਏ। ਮਲਾਹ ਵੀ ਹੱਥ ਜੋੜਨ ਵੀ ਆਪਣੀ ਬੇੜੀ ਆਪ ਹੀ ਨਾ ਡੋਬ ਲਿਓ, ਜਿੰਨੇ ਕੁ ਬਹਿ ਸਕਦੇ ਨੇ ਉਨੇ ਕੀ ਬਹੁ। ਅਸੀਂ ਦੇਖਿਆ ਕਈ ਦਫਾ ਲਿਫਟ ਵਿੱਚ ਕਿਸੇ ਉੱਪਰਲੀ ਮੰਜ਼ਲ ਤੇ ਜਾਣਾ ਹੋਵੇ ਨਾ ਤੇ ਸਾਰੇ 5-7-10 ਇਕੱਠੇ ਹੀ ਵੜ ਜਾਂਦੇ ਨੇ ਤੇ ਮੁੜ ਕੇ ਉਹ ਵਿਚਾਰੀ ਚੱਲਦੀ ਨਹੀਂ, ਕਿਉਂਕਿ ਉਹਦੀ ਭਾਰ ਚੁੱਕਣ ਦੀ ਸੀਮਾ ਹੈਗੀ। ਫਿਰ ਇੱਕ ਦੂਜੇ ਵੱਲ ਵੇਖਣਗੇ ਵੀ ਇਹ ਕੀ ਹੋਇਆ, ਪਤਾ ਸਾਰਿਆਂ ਨੂੰ ਹੈ ਕਿ ਭਾਰ ਵੱਧ ਗਿਆ। ਫਿਰ ਹੌਲੀ ਹੌਲੀ ਵੇਖ ਕੇ ਕੋਈ ਬਾਹਰ ਨਿਕਲਣ ਲਈ ਤਿਆਰ ਨਹੀਂ ਹੁੰਦਾ ਤੇ ਫਿਰ ਕੋਈ ਕਹਿੰਦਾ ਚਲੋ ਅੱਛਾ ਮੈਂ ਬਾਹਰ ਨਿਕਲ ਜਾਂਦਾ, ਉਹਨੂੰ ਵੇਖ ਕੇ ਫਿਰ ਦੂਜਾ ਨਿਕਲ ਜਾਂਦਾ, ਪਰ ਪਹਿਲੇ ਇਕੱਠੇ ਹੀ ਵੜ ਜਾਂਦੇ। ਇਸ ਤਰ੍ਹਾਂ ਇਹਨਾਂ ਨੇ ਵੀ ਕੀਤਾ ਹੈ ਬਈ
ਇਹ ਕੋਈ ਸਮਝਦਾਰੀ ਦਿਆਨਤ ਨਹੀਂ ਹੈ ਵੀ 10 ਬੇੜੀ ਵਿੱਚ ਬਹਿਣ ਦੀ ਬੰਦਿਆਂ ਦੀ ਜਗ੍ਹਾ ਹੈ ਤੇ ਬਹਿ ਜਾਓ 30 50 ਬਹਿ ਜਾਓ, ਫਿਰ ਬੇੜਾ ਡੁੱਬਣਾ ਹੀ ਹੈ। ਪਰ ਇਹਨਾਂ ਨੂੰ ਕਾਹਲ ਬੜੀ ਹੈ ਵੀ ਹੁਣੇ ਜਾ ਕੇ ਤੇ ਫੜ ਕੇ ਲਿਆ ਵੀ ਇਹ ਲਗੇ ਉਤਾਰਨ ਭਰ ਭਰ ਪੂਰ। ਭਰ ਭਰ ਕੇ ਬੇੜੀਆਂ ਪੂਰ ਜਿਹੜੇ ਨੇ ਉਹ ਪਾਰ ਕਰ ਰਹੇ ਹਨ ਮਲਾ। ਕਰਤ ਸਿਗੜਤਾ ਉਤਰੇ ਸੂਰ। ਬੜੀ ਜਲਦੀ ਕਿਨਾਰੇ ਤੇ ਪਹੁੰਚ ਕੇ ਛਾਲਾਂ ਮਾਰ ਮਾਰ ਕੇ ਇਹ ਸੈਨਾ ਦੇ ਸੂਰਮੇ ਉਤਰੇ ਹਨ। ਪੰਚੋ ਜੋਧਾ ਲਸਕਰ ਸਾਰੋ। ਇਹ ਸਾਰੇ ਪੰਜ ਜਿਹੜੇ ਸੂਰਮੇ ਨੇ, ਵੱਡੇ ਯੋਧੇ ਨੇ, ਸਾਰਾ ਲਸ਼ਕਰ ਭਏ ਪਾਰ ਨਾ ਲਗੀ ਅਵਾਰੋ। ਜ਼ਿਆਦਾ ਦੇਰ ਨਹੀਂ ਲੱਗੀ, ਝਟਪਟ ਹੀ ਦਰਿਆ ਤੋਂ ਬੇੜੀਆਂ 'ਚ ਘੋੜੇ ਚਾੜ ਕੇ, ਸਾਜੋ ਸਮਾਨ ਜੰਗ ਦਾ ਚਾੜ ਕੇ ਤੇ ਆਪ ਚੜ ਕੇ ਪਾਰ ਹੋਏ ਹਨ। ਕੁਤਬ ਖਾਨ ਕੋ ਕਰਕੇ ਆਗੇ। ਔਰ ਕੁਤਬ ਖਾਨ ਨੂੰ ਸਭ ਤੋਂ ਅੱਗੇ ਰੱਖਿਆ ਗਿਆ। ਚਲੇ ਜਲੰਧਰ ਕੇ ਮਗ ਲਾਗੇ। ਸਾਰੇ ਜਲੰਧਰ ਦੇ ਰਸਤੇ ਪੈ ਗਏ ਹਨ ਬਈ ਹੁਣ ਛੇਤੀ ਨਾਲ ਕਰਤਾਰਪੁਰ ਪਹੁੰਚੀਏ, ਪਰ ਜਾਂਦਿਆਂ ਹੀ ਹਮਲਾ ਨਾ ਕਰੀਏ, ਪਹਿਲੇ ਕੋਈ ਸੂਈਏ ਭੇਜੀਏ, ਦੇਖੀਏ ਅੱਗੇ ਜਾਂਗੀ ਸਾਜੋ ਸਮਾਨ ਕਿੰਨਾ। ਇਸ ਲਈ ਥੋੜਾ ਜਿਹਾ ਜਲੰਧਰ ਵੱਲ ਨੂੰ ਚੱਲੇ ਹਨ। ਪਹੁੰਚਦ ਭਏ ਕਰਿਓ ਸਭ ਡੇਰਾ। ਔਰ ਇਸ ਤਰ੍ਹਾਂ ਪਹੁੰਚ ਗਏ ਹਨ ਜਲੰਧਰ ਤੇ ਡੇਰਾ ਇਹਨਾਂ ਨੇ ਤੰਬੂ ਆਦਿਕ ਲਾ ਲਏ ਹਨ। ਛਾਇਆ ਸਹਿਤ ਥਾਨ ਜਹੇਰਾ। ਗਰਮੀ ਦਾ ਮੌਸਮ ਸੀ ਤੇ ਜਿੱਥੇ ਦਰਖਤ ਹੋਣ, ਛਾਂ ਹੋਵੇ, ਪਾਣੀ ਹੋਵੇ, ਉੱਥੇ ਜਗ੍ਹਾ ਦੇਖ ਦੇਖ ਕੇ ਇਹਨਾਂ ਨੇ ਆਪਣਾ ਟਿਕਾਣਾ ਕਰ ਲਿਆ। ਤੰਬੂ ਬ੍ਰਿੰਦ ਲਗੇ ਚੌਫੇਰੇ। ਬਹੁਤ ਸਾਰੇ ਤੰਬੂ ਚਾਰੇ ਪਾਸੇ ਲੱਗੇ ਹੋਏ ਨੇ। ਬਹੁਤ ਸੋਹਣਾ ਪਾਠ, ਸੁਰੀਲਾ ਕੰਠ ਹੈ ਇਹਨਾਂ ਮਹਾਂਪੁਰਖਾਂ ਦਾ। ਭਾਈ ਸਾਹਿਬ ਭਾਈ ਕਰਤਾਰ ਸਿੰਘ ਜੀ ਬਹੁਤ ਪਿਆਰ ਨਾਲ ਪਾਠ ਕਰ ਰਹੇ ਹਨ। ਮਹਾਰਾਜ ਜੀ ਦੀ ਇਹਨਾਂ ਤੇ ਬੜੀ ਮਿਹਰ ਹੈ, ਸਰਵਣ ਕਰੀਏ। ਮਨੋ ਸਮੁੰਦਰ ਪਾਏ ਕਰ ਘੇਰੇ। ਬੜੇ ਤੰਬੂ ਲੱਗੇ ਹੋਏ ਨੇ ਤੇ ਇੰਜ ਲੱਗਦਾ ਵੀ ਚਾਰੋਂ ਪਾਸੇ ਸਮੁੰਦਰ ਹੀ ਸੈਨਾ ਦਾ ਆਪ ਬਣਿਆ ਹੈ ਤੇ ਜਲੰਧਰ ਟਾਪੂ ਵਾਂਗੂ ਦਿਖਾਈ ਪੈ ਰਿਹਾ ਹੈ। ਦੀਪ ਸਮਾਨ ਨਗਰ ਦ੍ਰਿਸ਼ਟਾਵਤ। ਜਲੰਧਰ ਜਿਹੜਾ ਹੈ ਉਹ ਬਿਲਕੁਲ ਇੱਕ ਆਈਲੈਂਡ ਦੀ ਤਰ੍ਹਾਂ, ਇੱਕ ਸਮੁੰਦਰ ਵਿੱਚ ਬਣੇ ਹੋਏ ਦੀਪ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ। ਹਾਏ ਰੇਕ ਜਹੇ ਕਹਾਂ ਉਠਾਵਤ। ਤੇ ਜਗ੍ਹਾ ਜਗ੍ਹਾ ਘੋੜਿਆਂ ਦੀ ਹਿਨਹਨਾਹਟ, ਘੋੜਿਆਂ ਦਾ ਹਿਣਕਣਾ, ਉਹ ਆਵਾਜ਼ ਸੁਣਾਈ ਪੈ ਰਹੀ ਹੈ। ਜਥਾ ਜੋਗ ਸੇਵਾ ਸਭ ਕੇਰੀ। ਔਰ ਜਥਾ ਜੋਗ ਇਹ ਸਾਰਿਆਂ ਦੀ ਸੇਵਾ ਕੀਤੀ ਜਾ ਰਹੀ ਹੈ। ਕੁਤਬ ਖਾਨ ਕਰਵਾਇਨ ਕਨੇਰੀ। ਕੁਤਬ ਖਾਨ ਸਾਰੇ ਸੂਰਮਿਆਂ ਨੂੰ ਧਿਆਨ ਵਿੱਚ ਰੱਖ ਰਿਹਾ ਬਈ ਜਿਹਦੀ ਜੋ ਖੁਰਾਕ ਹੈ ਉਹਨੂੰ ਮਿਲੇ। ਖੁਰਾਕਾਂ ਇਹਨਾਂ ਦੀਆਂ ਕਿਹੜੀਆਂ ਚੰਗੀਆਂ, ਝੋਟੇ ਖਾਣੇ ਲੋਕ ਨੇ। ਤੇ ਮੇਰੇ ਖਿਆਲ ਨਾਲ ਤੇ ਇੱਕ ਇੱਕ ਝੋਟਾ ਉਂਝ ਹੀ ਦੇ ਦਿੰਦੇ ਵੀ ਲਓ ਰਾਜ, ਨਾਲੇ ਤੁਰੇ ਜਾਓ ਨਾਲੇ ਖਾਂਦੇ ਜਾਓ। ਇਹਨਾਂ ਦੀਆਂ ਖੁਰਾਕਾਂ ਇਹੋ ਜਿਹੀਆਂ ਹੀ ਸਨ। ਇਹਨਾਂ ਨੂੰ ਜੋ ਜੋ ਮੰਗਿਆ ਦੁੰਬੇ ਆਦਿਕ ਦੇ ਕੇ ਤੇ ਬੜਾ ਸੰਸਕਾਰਿਆ ਜਾ ਰਿਹਾ। ਜਿਵੇਂ ਬਲੀ ਦੇਣ ਤੋਂ ਪਹਿਲੇ ਬੱਕਰੇ ਨੂੰ ਸ਼ਿੰਗਾਰ ਲੈਂਦੇ ਨੇ ਨਾ, ਘਾਹ ਘੂ ਪਾ ਲੈਂਦੇ ਨੇ ਬਈ ਕਿਤੇ ਬੱਕਰਾ ਨਾਰਾਜ਼ ਹੋ ਕੇ ਮੈਂ ਹੀ ਨਾ ਕਰਨ ਲੱਗ ਪਵੇ। ਇਸ ਤਰ੍ਹਾਂ ਇਹਨਾਂ ਨੂੰ ਸੋਹਣੀ ਸੇਵਾ ਕੀਤੀ ਜਾ ਰਹੀ ਹੈ ਕੁਤਬ ਖਾਨ ਵੱਲੋਂ। ਖਾਨ ਪਾਨ ਸਨਮਾਨ ਸਮੇਤਾ। ਤੇ ਬੜਾ ਸਨਮਾਨ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਭੋਜਨ ਆਦਿਕ ਦੇ ਨਾਲ। ਬੂਝ ਬੂਝ ਸਭ ਹੀਨ ਕਹ ਦੇਤਾ। ਸਾਰਿਆਂ ਨੂੰ ਪੁੱਛ ਪੁੱਛ ਕੇ ਵੀ ਤੈਨੂੰ ਇਹ ਚੀਜ਼ ਮਿਲ ਗਈ ਹੈ ਕਿ ਨਹੀਂ, ਕੋਈ ਕਮੀ ਪੇਸ਼ੀ ਤਾਂ ਨਹੀਂ। ਇਸ ਤਰ੍ਹਾਂ ਦੇ ਨਾਲ ਨਿਸ ਵਿਸਰਾਮ ਕਰਿਓ ਸਭ ਕਾਹੂ। ਇੱਥੇ ਸਾਰਿਆਂ ਨੇ ਵਿਸ਼ਰਾਮ ਕੀਤਾ ਹੈ। ਮਿਲ ਮਿਲ ਆਪਣੇ ਮਿਸਲਨ ਤਮਾਹੂ। ਆਪਣੇ ਆਪਣੀਆਂ ਟੁਕੜੀਆਂ ਸੈਨਾ ਦੀਆਂ ਜਥਿਆਂ ਦੇ ਵਿੱਚ ਭਈ ਪ੍ਰਾਤ ਤੁਰਕ ਜੋ ਉਮਰਾਵ। ਔਰ ਇਸ ਤਰ੍ਹਾਂ ਜਿਹੜਾ ਚੌਧਰੀ ਹੈ ਸਵੇਰ ਜਦ ਹੋਈ ਚਿਤਵਾ ਚਿਤਮਾ ਅਨਕ ਉਪਾਵ। ਮਨ ਵਿੱਚ ਬੜੇ ਦਾ ਪੇਚ ਸੋਚਦਾ ਪਿਆ ਬਈ ਇੰਜ ਜਾਵਾਂਗੇ, ਇੰਜ ਪਕੜਾਂਗੇ, ਇਹ ਕਰਾਂਗੇ, ਫਿਰ ਹਮਲਾ ਕਿਵੇਂ ਕਰਨਾ। ਦੂਰ ਆਏ ਹੋਏ ਆ, ਸਾਰਾ ਜਗ੍ਹਾ ਵਗੈਰਾ ਦੇਖਣ ਦਾ ਇਹਦਾ ਮਨ ਕਰਦਾ ਤੇ ਤਰ੍ਹਾਂ ਤਰ੍ਹਾਂ ਦੇ ਉਪਾਅ ਬਣਾ ਰਿਹਾ ਹੈ। ਭਾਈ ਇੱਕ ਥਲ ਮਸਲਤ ਕਰਵੇ। ਇਸ ਤਰ੍ਹਾਂ ਸਲਾਹ ਕਰਨ ਵਾਸਤੇ ਸਾਰੇ ਜਰਨੈਲਾਂ ਨੂੰ ਇਕੱਠਾ ਕੀਤਾ। ਇਹਦੀ ਦਰਤ ਲਖਤ ਹੋਏ ਮਰਵੇ। ਪਰ ਜਿਹੜੇ ਡਰਪੋਕ ਨੇ ਉਹਨਾਂ ਨੂੰ ਪਤਾ ਵੀ ਮਾਰੇ ਜਾਵਾਂਗੇ, ਉਹ ਡਰਦੇ ਪਏ ਨੇ। ਉਹ ਕਹਿੰਦੇ ਤਾਂ ਹੈ ਨੇ ਮੂੰਹਾਂ ਵਿੱਚ ਕੋਈ ਗੱਲ ਨਹੀਂ, ਪਰ ਅੰਦਰੋਂ
ਕੰਬਦੇ ਪਏ ਨੇ ਵੀ ਅੱਗੇ 3 ਵਾਰੀ ਤਾਂ ਕੋਈ ਬਚ ਕੇ ਨਹੀਂ ਆਇਆ ਤੇ ਹੁਣ ਲੱਗਦਾ ਸਾਡੀ ਵਾਰੀ ਆ ਗਈ। ਇਸ ਤਰ੍ਹਾਂ ਡਰਦੇ ਵੀ ਪਏ ਹਨ। ਕੀਨਸ ਕਾਲ ਖਾਨ ਬਖਾਨ, ਔਰ ਇਸ ਤਰ੍ਹਾਂ ਕਾਲੇ ਖਾਨ ਨੇ ਆਖਿਆ, ਕੁਤਬ ਖਾਨ ਸੁਨ ਤੂੰ ਮਤਵਾਨ। ਆਖਿਆ ਇਹ ਕੁਤਬ ਖਾਨ ਤੂੰ ਬੜਾ ਸਿਆਣਾ ਤੇ ਰੋਸ਼ਨ ਦਿਮਾਗ ਹੈ। ਆਗੇ ਜੰਗ ਗੁਰੂ ਬੋ ਕਰੇ, ਅੱਗੇ ਵੀ ਗੁਰੂ ਨਾਲ ਜੰਗ ਹੋਏ ਹਨ, ਕਈ ਜੰਗ ਹੋਏ ਹਨ। ਗਨ ਉਬਰਾਵ ਸੈਨ ਜੁਤ ਮਰੇ, ਤੇ ਬੜੇ ਉਮਰਾਓ ਚੌਧਰੀ ਸਿਪਾਹ ਸਲਾਰ ਸੈਨਾ ਸਮੇਤ ਹੀ ਮਾਰੇ ਗਏ, ਕੋਈ ਬਚ ਕੇ ਤੇ ਨਹੀਂ ਆਇਆ। ਪਤਾ ਨਹੀਂ ਉੱਥੇ ਜੰਗ ਹੁੰਦਾ ਕਿ ਧਰਤੀ ਫਟ ਜਾਂਦੀ ਹੈ, ਸੈਨਾ ਵਿੱਚ ਹੀ ਡੁੱਬ ਜਾਂਦੀ। ਪਤਾ ਨਹੀਂ, ਉਹਨਾਂ ਦਾ ਨੁਕਸਾਨ ਵੀ ਬੜਾ ਥੋੜਾ ਹੀ ਹੁੰਦਾ ਤੇ ਸਾਡੇ ਬੰਦੇ ਬਹੁਤ ਮਾਰੇ ਜਾਂਦੇ। ਅੱਗੇ ਵੀ ਹੋਇਆ ਤੇ ਬੜੇ ਸਿਪਾਹ ਸਲਾਰ ਸੈਨਾ ਸਮੇਤ ਮਾਰੇ ਗਏ ਹਨ। ਸੋ ਬਿਦ ਹੋਏ ਨਾ ਕਹੋ ਉਪਾਏ, ਤੇ ਹੁਣ ਇਸ ਵੇਲੇ ਖੁਦਾ ਦੀ ਤੌਬਾ, ਨਾਲੇ ਕੰਨਾਂ ਨੂੰ ਵੀ ਹੱਥ ਲਾਉਂਦੇ ਬਈ ਇਸ ਵੇਲੇ ਸਿੱਧੇ ਹੀ ਨਾ ਜਾ ਪਿਓ, ਧਿਆਨ ਰੱਖਿਓ। ਕਾਲੇ ਖਾਂ ਕੁਤਬ ਖਾਨ ਨੂੰ ਕਹਿ ਰਹੇ ਵੀ ਧਿਆਨ ਰੱਖਿਓ, ਕਿਤੇ ਪਹਿਲੀ ਵਾਲੀ ਸਾਡੇ ਨਾਲ ਨਾ ਹੋ ਜਾਏ ਬਈ ਗਏ ਸੀ ਫੜਨ ਵਾਸਤੇ ਤੇ ਮੁੜ ਕੇ ਆਪਣੀਆਂ ਬਾਹਾਂ ਹੀ ਨਾ ਰਹੀਆਂ ਜਿਹੜੀਆਂ ਫੜਾ ਕੇ ਕਿਸੇ ਨੂੰ ਆ ਜਾਈਏ ਵਾਪਸ, ਨਾ ਪੈਰ ਰਹੇ ਚੱਲਣ ਵਾਸਤੇ। ਇਸ ਕਰਕੇ ਧਿਆਨ ਰਵੇ ਕਿ ਕਿਵੇਂ ਪਹਿਲੇ ਵਾਲੀ ਹਾਲਤ ਨਾ ਬਣ ਜਾਵੇ, ਭਾਵ ਹਾਰ ਨਾ ਹੋਵੇ। ਨਿਕਟ ਰਹਿ ਤੂੰ ਜਾਣਹਿ ਦਾਏ, ਤੂੰ ਤਾਂ ਇੱਥੇ ਲਾਗੇ ਹੀ ਰਹਿੰਦਾ ਹੈ, ਤੈਨੂੰ ਸਾਰੇ ਦਾਓ ਘਾਓ ਆਉਂਦੇ ਹੋਣਗੇ, ਇਲਾਕੇ ਦੀ ਸਾਰੀ ਸਮਝ ਹੋਵੇਗੀ। ਕਹਤ ਕੁਤਬ ਜੋਧਾ ਗੁਰ ਬਲੀ, ਤੇ ਕੁਤਬ ਖਾਨ ਕਹਿਣ ਲੱਗਾ ਵੀ ਕਾਲੇ ਖਾਂ ਇਹਦੇ 'ਚ ਤੇ ਕੋਈ ਸ਼ੱਕ ਨਹੀਂ ਹੈ ਵੀ ਗੁਰੂ ਬੜਾ ਬਲਵਾਨ ਯੋਧਾ। ਭਾਈ ਗੁਰਦਾਸ ਜੀ ਨੇ ਵੀ ਇਹ ਬੋਲ ਬੁਲੰਦ ਵਾਂਗ ਸਜਦਾ ਕਰਦਿਆਂ ਆਇਆ ਮੱਥਾ ਟੇਕਦਿਆਂ ਮਹਾਰਾਜ ਨੂੰ ਆਖੇ ਨੇ, ਦਲ ਭੰਜਨ ਗੁਰ ਸੂਰਮਾ। ਜਿਸ ਮੈਦਾਨੇ ਜੰਗ ਵਿੱਚ ਗੁਰੂ ਸੂਰਮਾ ਗੁਰੂ ਹਰਗੋਬਿੰਦ ਸਾਹਿਬ ਖੜੇ ਹੋ ਜਾਣ, ਉਹਨਾਂ ਨੂੰ ਦੇਖ ਕੇ ਹੀ ਸੈਨਾ ਦਾ ਦਲ ਭੱਜ ਜਾਂਦਾ ਹੈ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਇਹ ਕਹਿੰਦੇ ਨੇ ਵੀ ਗੁਰੂ ਵੀ ਬੜਾ ਵੱਡਾ ਬਲੀ ਸੂਰਮਾ ਹੈ, ਰਾਸ ਨ ਕਰੇ ਲਰਹਿ ਬਿਦ ਭਲੀ, ਇਹ ਡਰਦਾ ਵੀ ਕਿਸੇ ਕੋਲ ਨਹੀਂ ਹੈ ਤੇ ਬੜੀ ਚੰਗੀ ਤਰ੍ਹਾਂ ਜੰਗ ਕਰਦਾ ਹੈ। ਉਹਦੇ ਤੀਰ ਸੰਭਾਲੇ ਨਹੀਂ ਜਾਂਦੇ, ਪਤਾ ਚੱਲਿਆ ਵੀ ਕਈਆਂ ਚੋਂ ਲੰਘ ਜਾਂਦੇ ਨੇ ਤੇ ਫੇਰ ਖੁਰੇ ਤੀਰ ਉਹੀ ਮੁੜ ਕੇ ਗੁਰੂ ਕੋਲ ਆ ਜਾਂਦੇ ਨੇ, ਫੇਰ ਉੱਡਾ ਹੀ ਤੀਰ ਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਨਾਲ ਲੜਨਾ ਇਹ ਕੁਤਬਦੀਨ ਸੌਖਾ ਨਹੀਂ ਹੈ। ਸਭ ਲਸ ਕਰ ਕੋ ਪਾਵੋ ਜੋਰ, ਸਾਰੀ ਸੈਨਾ ਨੂੰ ਜ਼ੋਰ ਪਾਓ, ਸਮਝਾਓ, ਪ੍ਰੈਸ਼ਰਾਈਜ਼ ਕਰੋ ਬਈ ਕੋਈ ਭੱਜੇ ਨਾ। ਮਿਲ ਕੇ ਸੰਗਰ ਕੀਜਹਿ ਘੋਰ, ਤੇ ਸਾਰੇ ਭਿਆਨਕ ਜੰਗ ਕਰਨ ਤੇ ਮਿਲ ਕੇ ਰਹਿਣ, ਵੱਖਰੇ ਨਾ ਹੋਣ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਨ ਲਈ ਇਹ ਵਿਉਂਤਾਂ ਬਣਾ ਰਹੇ ਹਨ। ਅਪਰ ਭੇਦ ਮੈਂ ਲਖੋ ਨ ਕੋਈ, ਕਹਿੰਦਾ ਹੋਰ ਮੈਨੂੰ ਭੇਦ ਕੋਈ ਨਹੀਂ ਪਈ ਕਿਵੇਂ ਦੇ ਹਨ। ਨਹੀਂ ਮੇਲ ਗੁਰ ਸੋ ਕਬ ਹੋਈ, ਕਿਉਂਕਿ ਮੇਰਾ ਮੇਲ ਕਦੀ ਗੁਰੂ ਸਾਹਿਬ ਨਾਲ ਹੋਇਆ ਹੀ ਨਹੀਂ। ਤੇ ਵਾਕਈ ਜੇ ਹੋ ਜਾਂਦਾ ਫਿਰ ਤੂੰ ਜੰਗ ਥੋੜੀ ਕਰਨਾ ਸੀ, ਫਿਰ ਤੂੰ ਮਹਾਰਾਜ ਦੇ ਚਰਨ ਫੜ ਲੈਣੇ ਸੀ। ਜੇ ਮੇਲ ਹੋਇਆ ਹੁੰਦਾ, ਮੇਲ ਤਾਂ ਹੋਇਆ ਹੀ ਨਹੀਂ ਹੈ। ਕਰਾਮਾਤ ਕਾਮਲ ਜੇ ਹੋਏ, ਪਰ ਜੇ ਕਾਮਲ ਕਰਾਮਾਤ ਹੋਇਆ, ਭਾਵ ਉਹਨਾਂ ਵਿੱਚ ਜੇ ਕਰਾਮਾਤਾਂ ਹੋਈਆਂ ਤਾਂ ਬਸ ਚਲੇ ਨਾ ਹਮਰੋ ਕੋਏ, ਤੇ ਅਸੀਂ ਦੇ ਕੋਈ ਕਰਾਮਾਤ ਵਾਲੇ ਹੈ ਨਹੀਂ, ਫਿਰ ਸਾਡਾ ਵਸ ਨਹੀਂ ਚੱਲਣਾ। ਅੱਗੇ ਪਤਾ ਲੱਗਿਆ ਵੀ ਮਹਾਰਾਜ ਵਿੱਚ ਉਹਨਾਂ ਕਰਾਮਾਤ ਵਰਤਾ ਕੇ ਤੇ ਠੰਡੀ ਹਵਾ ਚਲਾ ਦਿੱਤੀ ਸੀ, ਮੌਸਮ ਹੀ ਠੰਡ ਦਾ ਸੀ, ਗੜੇ ਪਵਾ ਦਿੱਤੇ ਸਨ ਤੇ ਸਾਡੀ ਸੈਨਾ ਦੀਆਂ ਉਂਗਲਾਂ ਸਿੱਧੀਆਂ ਨਹੀਂ ਹੋਈਆਂ ਤੇ ਅੱਗੇ ਅੱਗ ਸੇਕ ਕੇ ਬੈਠੇ ਸਾਨੂੰ ਲੰਬੂ ਲਾ ਦਿੱਤੇ। ਇਹੋ ਜਿਹੀ ਜੇ ਕਰਾਮਾਤ ਇੱਥੇ ਵੀ ਹੋ ਗਈ ਤਾਂ ਫਿਰ ਭਾਈ ਅੱਲਾ ਹੀ ਮਾਲਕ ਹੈ, ਬਾਕੀ ਜ਼ਿਆਦਾ ਨਹੀਂ ਪਤਾ। ਇੱਕ ਦੂਜੇ ਨੂੰ ਕਹਿ ਰਹੇ ਹਨ ਪੈਂਦਾ ਕਹਾਂ ਬਹਿਮ ਕਿਆ ਕੀਜੈ, ਤੇ ਪੈਂਦਾ ਖਾਨ ਪੈਂਦੇ ਖਾਨ ਕਹਿਣ ਲੱਗਾ ਕਿਉਂ ਵਹਿਮ ਕਰਦੇ ਹੋ, ਮੈਂ ਜਾਣਦਾ ਗੁਰੂ ਵਿੱਚ ਕਿੰਨੀ ਕੁ ਤਾਕਤ ਹੈ, ਮੈਨੂੰ ਪਤਾ ਹੈ। ਮੈਂ ਗੁਰੂ ਪਕੜੋ ਦੇਖਣ ਕੀਜੈ, ਬਸ ਤੁਸੀਂ ਦੇਖਦੇ ਰਹੋ, ਮੈਂ ਜਾ ਕੇ ਗੁਰੂ ਸਾਹਿਬ ਨੂੰ ਬਾਂਹ ਹੀ ਫੜ ਲੈਣਾ ਤੇ ਮੇਰੇ ਕੋਲ ਬਾਂਹ ਛੁਡਾ ਹੀ ਨਹੀਂ ਸਕਦੇ।
ਹਥਿਆਰਾਂ ਦੀ ਲੋੜ ਨਹੀਂ, ਮੇਰੇ ਹਾਥੀ ਕਾਫੀ ਹਨ ਉਹਨਾਂ ਨੂੰ ਪਕੜਨ ਜਕੜਨ ਲਈ। ਕਰਾਮਾਤ ਕਾਮਲ ਜੇ ਕਹੋ ਤੇ ਜੇ ਤੁਸੀਂ ਕਰਾਮਾਤ ਵਾਲਾ ਕਹਿੰਦੇ ਹੋ ਸਭ ਚਿਤ ਕੋ ਮਾਲਕ ਹੋਏ ਤੇ ਲਹੋ। ਜੇ ਕੋਈ ਕਰਾਮਾਤ ਹੁੰਦੀ ਤਾਂ ਸਾਰੀ ਧਰਤੀ ਦੇ ਮਾਲਕ ਇਹ ਹੀ ਹੋਣੇ ਸਨ, ਫਿਰ ਸਾਡਾ ਰਾਜ ਕਿੱਥੇ ਹੋਣਾ ਸੀ। ਇਸ ਲਈ ਕੋਈ ਡਰੋ ਨਾ, ਕੋਈ ਕਰਾਮਾਤ ਨਹੀਂ ਹੈਗੀ। ਬਸ ਆਮ ਨੇ ਤੇ ਯੋਧੇ ਨੇ, ਤੇ ਇੰਨੀ ਸੈਨਾ ਦੇ ਸਾਹਮਣੇ ਤਾਂ ਕੋਈ ਯੋਧਾ ਵੀ ਹਿੱਲ ਜਾਂਦਾ। ਐਨੀ ਸੈਨਾ ਤੇ ਪਹਾੜ ਨੂੰ ਧੱਕਾ ਮਾਰੇ ਉਹ ਗੜਗੜਾ ਕਰਕੇ ਡਿੱਗ ਪੈਂਦਾ, ਉਹ ਗੜਗੜ ਕਰਦੇ ਪੱਥਰ ਡਿੱਗ ਪੈਂਦੇ ਨੇ। ਐਵੇਂ ਡਰੀ ਜਾਂਦੇ ਹੋ, ਤੁਸੀਂ ਮੇਰੇ ਨਾਲ ਪਿੱਛੇ ਰਹੋ, ਮੈਂ ਇਕੱਲੇ ਨਹੀਂ ਫੜ ਕੇ ਲੈ ਆਉਣਾ, ਚਿੰਤਾ ਦੀ ਕਿਹੜੀ ਗੱਲ ਹੈ। ਕਹਿ ਕਲੇ ਕਾ ਨਿਸ਼ਚੈ ਹੈ। ਔਰ ਕਾਲੇ ਖਾਂ ਕਹਿਣ ਲੱਗਾ ਵੀ ਇਹ ਤਾਂ ਸਾਨੂੰ ਭਰੋਸਾ ਹੀ ਹੈ ਤੇਰੇ ਨਾਲ। ਪੈਂਦੇ ਖਾਂ ਕਹਿੰਦਾ ਵੀ ਸਭ ਸਤ ਕੋ ਮਾਲਕ ਹੋਏ ਲਹੋ। ਇਹ ਤਾਂ ਗੱਲ ਠੀਕ ਹੈ ਵੀ ਸਾਰੀ ਧਰਤੀ ਦੇ ਮਾਲਕ ਹੁੰਦੇ ਕਹਿਣਾ ਗੱਲ ਤਾਂ ਹੈਗੇ ਹੀ ਨੇ, ਤੇ ਇੱਕ ਧਰਤੀ ਦੇ ਨਹੀਂ ਅਨੰਤ ਬ੍ਰਹਮੰਡਾਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਉਹਨਾਂ ਵਰਗਾ ਬਲਸ਼ਾਲੀ ਤੇ ਸਾਹਿਬ ਕੋਈ ਹੋਰ ਨਹੀਂ। ਇਸ ਤਰ੍ਹਾਂ ਕਾਲੇ ਖਾਂ ਕਹਿਣ ਲੱਗਾ ਵੀ ਸਾਨੂੰ ਭਰੋਸਾ ਹੈ ਤੇਰੇ ਬਲ ਤੇ ਐ ਪੈਂਦੇ ਖਾਨ। ਤਉ ਲਰਨ ਕੋ ਭੇਦ ਜੇ ਲਹੈ। ਭਾਵੇਂ ਬਲ ਤੇਰੇ 'ਚ ਬੜਾ ਹੈ ਪਰ ਫੇਰ ਵੀ ਜੰਗ ਤੋਂ ਪਹਿਲੇ ਦੁਸ਼ਮਣ ਦਾ ਭੇਦ ਲੈ ਲੈਣਾ ਚਾਹੀਦਾ ਵੀ ਉਹਨਾਂ ਕੋਲ ਕਿੰਨਾ ਕੁ ਜੰਗੀ ਸਾਜੋ ਸਮਾਨ ਹੈ, ਕਿੰਨੇ ਕੁ ਸੂਰਮੇ ਨੇ। ਤੇ ਪੈਂਦੇ ਖਾਨ ਹੱਸ ਕੇ ਕਹਿਣ ਲੱਗਾ ਮੈਨੂੰ ਪਤਾ ਹੈ ਜਿਹੜਾ ਸਮਾਨ ਹੈਗਾ, ਜਿਹੜੇ ਸੂਰਮੇ ਨੇ, ਮੇਰੇ ਤੋਂ ਵੱਡਾ ਕੋਈ ਨਹੀਂ, ਮੇਰੇ ਤੋਂ ਤਕੜਾ ਕੋਈ ਨਹੀਂ ਹੈ। ਤਉ ਆਛੇ ਰਿਪਤੇ ਜੇ ਪਾਵੈ। ਫੇਰ ਵੀ ਕਾਲੇ ਖਾਂ ਕਹਿਣ ਲੱਗਾ ਵੀ ਚੰਗਾ ਹੀ ਹੈ ਜੇ ਪਹਿਲੇ ਦੁਸ਼ਮਣ ਦਾ ਭੇਦ ਪਾ ਲਈਏ। ਗਾਪਲ ਹੋਏ ਹਾਰ ਜਿਸੋ ਜਾਵੈ। ਪਰ ਜਿਹੜਾ ਨਾਲ ਪੈਂਦੇ ਖਾਨ ਇਹ ਵੀ ਹੈ, ਕਾਲੇ ਖਾਂ ਆਖਣ ਲੱਗਾ ਵੀ ਜਿਹੜਾ ਬੰਦਾ ਦੁਸ਼ਮਣ ਦਾ ਭੇਦ ਨਹੀਂ ਪਾ ਸਕਦਾ ਉਹ ਹਾਰ ਜਾਂਦਾ ਹੁੰਦਾ। ਇਸ ਲਈ ਪਹਿਲੇ ਸਾਰਾ ਸਮਝ ਲੈਣਾ ਚਾਹੀਦਾ। ਦਾਵ ਘਾਵ ਜੇ ਜਾਣਹਿ ਨਾਹੀ। ਜਿਹੜੇ ਲੋਕ ਜੰਗ ਦੇ ਦਾਵ ਘਾਓ ਨਹੀਂ ਜਾਣਦੇ ਇਨਕੀ ਫਤਿਹ ਨਾ ਹੋਇ ਲੜ ਮਾਹੀ। ਉਹਨਾਂ ਦੀ ਮੈਦਾਨੇ ਜੰਗ ਵਿੱਚ ਫਤਿਹ ਕਦੀ ਨਹੀਂ ਹੁੰਦੀ। ਸਾਧ ਸੰਗਤ ਬੜਿਆਂ ਲੋਕਾਂ ਦਾ ਇਹ ਹਾਲ ਹੈ, ਉਹ ਮੋਰਚਾ ਲਾ ਬੈਂਦੇ ਨੇ ਪਰ ਦਾਵ ਘਾਓ ਦਾ ਪਤਾ ਨਹੀਂ, ਮੁੜ ਕੇ ਹਾਰ ਹੋ ਜਾਂਦੀ। ਉਹ ਸਾਹਮਣੇ ਕੁਝ ਨਾ ਕੁਝ ਕਰ ਜਾਂਦੇ ਨੇ ਤੇ ਫਿਰ ਦਾਵ ਘਾਓ ਦਾ ਪਤਾ ਨਹੀਂ ਹੁੰਦਾ, ਤੌਰ ਤਰੀਕਾ ਹੁੰਦਾ, ਨਹੀਂ ਤੇ ਹਾਰ ਹੋ ਜਾਂਦੀ। ਬੜੇ ਬੜੇ ਸੂਰਮਿਆਂ ਦੀ ਹਾਰ ਮੈਦਾਨੇ ਜੰਗ ਵਿੱਚ ਇਸੇ ਲਈ ਹੋ ਗਈ ਕਿ ਉਹਨਾਂ ਨੂੰ ਅਗਲੀ ਸੈਨਾ ਦੇ ਦਲ ਬਲ ਦਾ ਬੋਧ ਨਹੀਂ ਸੀ। ਇਹ ਕਹਿਣ ਲੱਗਾ ਵੀ ਭਾਵੇਂ ਦੁਸ਼ਮਣ ਕਮਜ਼ੋਰ ਹੀ ਹੋਵੇ ਉਹਦਾ ਸਾਰਾ ਹਾਲ ਜਾਣ ਲੈਣਾ ਚਾਹੀਦਾ ਹੈ। ਰਿਪ ਕੋ ਬਲ ਦਲ ਦੁਰਗ ਸੋ ਕੋਸ। ਇਸ ਤਰ੍ਹਾਂ ਜਿਹੜਾ ਦੁਸ਼ਮਣ ਹੈ ਉਹਦਾ ਬਲ, ਉਹਦਾ ਦਲ, ਉਹਦੇ ਕਿਲੇ ਤੇ ਉਹਦੇ ਖਜ਼ਾਨੇ ਤੇ ਉਹਦੇ ਮਿੱਤਰ ਆਦਿਕ ਸਖਾ ਸਹਾਇਕ ਜਾਹੇ ਭਰੋਸ। ਹੋਰ ਜਿਹੜੇ ਸਖੇ ਨੇ ਤੇ ਜਿਨ੍ਹਾਂ ਦੇ ਭਰੋਸੇ ਉਹ ਰਹਿੰਦਾ ਹੈ, ਉਹ ਸਾਰਿਆਂ ਦਾ ਪਤਾ ਹੋਣਾ ਚਾਹੀਦਾ ਜੰਗ ਕਰਨ ਤੋਂ ਪਹਿਲਾਂ। ਲਖਵੇ ਉਚਿਤ ਹੈ ਇਹ ਸਾਰੇ। ਇਹ ਸਾਰਾ ਕੁਝ ਵੈਰੀ ਦਾ ਬਲ, ਫੌਜ, ਕਿਲਾ, ਖਜ਼ਾਨੇ, ਮਦਦਗਾਰ ਤੇ ਭਰੋਸਾ ਜਿਨ੍ਹਾਂ ਤੇ ਹੈਗਾ ਉਹ ਸਾਰਾ ਜਾਣਨਾ ਚਾਹੀਦਾ। ਮੈਨੂੰ ਤਾਂ ਇਹ ਲੱਗਦਾ ਵੀ ਸੋਚਦਾ 4 ਦਿਨ ਹੋਰ ਸਾਹ ਬਚ ਜਾਣ, ਏਡਾ ਹੁਣੇ ਅੱਜ ਹੀ ਨਾ ਮਰਨ ਨੂੰ ਕਾਹਲੇ ਪੈ ਜਾਈਏ, 2-4 ਦਿਨ ਇੱਥੇ ਦੰਬੇ ਖਾ ਲਈਏ ਫੇਰ ਜਾਵਾਂਗੇ। ਇਹ ਜਲੰਧਰ ਦਾ ਸੂਬਾ ਸਾਰਾ ਕੁਝ ਦੇ ਹੀ ਰਿਹਾ। ਇਸ ਤਰ੍ਹਾਂ ਇੱਕ ਦੂਜੇ ਨਾਲ ਸਮਾਂ ਟਪਾਉਣ ਦਾ ਯਤਨ ਕਰ ਰਹੇ ਹਨ। ਬਹੁਰ ਆਪਨੇ ਹੇਰ ਵਿਚਾਰੇ। ਆਖਣ ਲੱਗਾ ਫਿਰ ਇਸ ਤਰ੍ਹਾਂ ਲਖਵੇ ਉਚਤ ਹੈ ਸਾਰੇ ਦੁਸ਼ਮਣ ਦੀ ਸੈਨਾ, ਦੁਸ਼ਮਣ ਦੀ ਤਾਕਤ ਦਾ ਪੂਰਾ ਗਿਆਨ ਪ੍ਰਾਪਤ ਕਰਕੇ, ਪੂਰਾ ਅਨੁਮਾਨ ਲਾ ਕੇ ਫਿਰ ਆਪਣਾ ਦੇਖਣਾ ਚਾਹੀਦਾ ਵੀ ਸਾਡੇ ਕੋਲ ਕਿੰਨਾ ਕੁ। ਤੇ ਉਹ ਕਹਿਣ ਲੱਗਾ ਵੀ ਇਹ ਤਾਂ ਲਾਹੌਰ ਤੋਂ ਚੱਲਣ ਤੋਂ ਪਹਿਲਾਂ ਦੇਖਣਾ ਚਾਹੀਦਾ ਸੀ, ਉੱਥੋਂ ਤਾਂ ਬੜੇ ਤੁਸੀਂ ਦੰਬੇ ਖਾ ਕੇ ਤੇ ਭੱਜ ਪਏ ਹੋ ਵੀ ਜਿਵੇਂ ਨਾਨੀ ਦੇ ਘਰ ਚੱਲੇ ਆ, ਜਾਂਦੇ ਪਰੌਂਠੇ ਮਿਲ ਜਾਣੇ ਨੇ। ਅੱਗੇ ਵੀ ਛੇਵਾਂ ਪਾਤਸ਼ਾਹ ਹੈ, ਉਹਦੇ ਤੀਰਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਤੇ ਆਪ ਨਾ ਜਹਾਂਗੀਰ ਸਾਹਮਣੇ ਹੋ ਸਕਿਆ ਨਾ ਸ਼ਾਹਜਹਾਨ। ਕੋਈ ਮਾਮੂਲੀ ਤਾਕਤ ਨਹੀਂ ਹੈ, ਇਸ ਤਰ੍ਹਾਂ ਵੀ ਕਹਿ ਰਹੇ ਹਨ ਕੁਝ। ਅਧਿਕ ਸ਼ਸਤਰ ਮੈਂ ਜਾਣਹਿ ਜੋਏ। ਔਰ ਇਸ ਤਰ੍ਹਾਂ ਅਧਿਕ ਸ਼ਸਤਰ ਮੈਂ ਜਾਣਹਿ ਜੋਏ, ਬਈ ਸ਼ਤਰੂ ਕਿੰਨਾ ਕਹੇਗਾ, ਜ਼ਿਆਦਾ ਹੈ ਕਿ ਘੱਟ ਹੈ। ਜਿਹੜਾ
ਹਮਲਾਵਰ ਇਹ ਜਾਣਦਾ ਹੈ। ਏਕੋ ਯਤਨ ਕੁਰੈ ਬੁਧ ਸੋਏ। ਇਸ ਤਰ੍ਹਾਂ ਜਿਹੜਾ ਫਿਰ ਉਸ ਢੰਗ ਨਾਲ ਯਤਨ ਕਰਦਾ ਹੈ, ਉਹਦੀ ਸਾਰੀ ਸੈਨਾ ਬਲ ਆਦਿਕ ਦੇਖ ਕੇ ਯਾਤੇ ਗਰਭ ਬਾਤ ਕੋ ਤਿਆਗੋ। ਇਸ ਲਈ ਕਾਲੇ ਖਾਂ ਕਹਿਣ ਲੱਗਾ ਬਈ ਤੁਸੀਂ ਗਰਬ ਨਾ ਕਰੋ, ਐਵੇਂ ਹਉਮੈ ਨਾ ਕਰੋ, ਐਵੇਂ ਫੜਾ ਨਾ ਮਾਰੋ ਬਈ ਜਾਂਦਿਆਂ ਹੀ ਫੜ ਕੇ ਲੈ ਆਉਣਾ। ਲੱਗਦਾ ਉਹ ਆਪਣੇ ਉਹਦੇ ਘਰ ਗੁਰੂ ਸਾਹਿਬ ਮਹਾਰਾਜ ਬਾਰੇ ਕਹਿ ਰਿਹਾ ਵੀ ਉੱਦਾਂ ਹੀ ਬੈਠੇ ਹੋਏ ਨੇ ਖਾਲੀ ਹੱਥ ਕਸ਼ਹਿਰਾ ਬਨੈਣ ਪਾ ਕੇ ਵੀ ਆਓ ਤੇ ਮੈਨੂੰ ਫੜ ਕੇ ਲੈ ਜਾਓ। ਇਸ ਲਈ ਸਾਰਾ ਪਹਿਲੇ ਦਲ ਬਲ ਦੇਖ ਲੈਣਾ ਚਾਹੀਦਾ ਹੈ। ਕਰੋ ਵਿਚਾਰ ਨੀਤ ਮਗ ਲਾਗੋ। ਇਸ ਤਰ੍ਹਾਂ ਸਾਰੇ ਨੀਤੀ ਲਗਾ ਕੇ ਵਿਚਾਰ ਕਰ ਲਵੋ ਅਨਵਰ ਕੋ ਅਬ ਭੇਜਨ ਕੀਜੈ। ਔਰ ਇਸ ਤਰ੍ਹਾਂ ਦੇ ਨਾਲ ਅਨਵਰ ਕੋ ਅਬ ਭੇਜਣ ਕੀਜੈ। ਅਨਵਰ ਇਹਨਾਂ ਦਾ ਸੂਈਆ ਹੋਵੇਗਾ, ਉਹਨੂੰ ਕਿਹਾ ਭੇਜੋ। ਆਏ ਲੜਨ ਭੇਦ ਨਹਿ ਦੀਜੈ। ਤੇ ਇਹ ਨਾ ਪਤਾ ਲੱਗ ਜਾਏ ਵੀ ਅਸੀਂ ਜੰਗ ਕਰਨ ਵਾਸਤੇ ਆਏ, ਪਰ ਚਲੋ ਕੋਈ ਹੋਰ ਰਾਜਾ ਮਹਾਰਾਜਾ ਹੋਵੇ ਉਹਨੂੰ ਤੇ ਨਾ ਪਤਾ ਲੱਗੇਗਾ, ਪਰ ਗੁਰੂ ਸਾਹਿਬ ਤੇ ਅੰਤਰਯਾਮੀ ਨੇ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ, ਉਹਨਾਂ ਦਾ ਪਹਿਲਾਂ ਹੀ ਪੈਂਦੇ ਖਾਨ ਨੂੰ ਕਹਿ ਦਿੱਤਾ ਸੀ। ਜਦ ਪੈਂਦੇ ਖਾਨ ਨੇ ਕਿਹਾ ਮਹਾਰਾਜ ਗੁਰੂ ਸਰ ਮਹਾਰਾਜ ਮੈਨੂੰ ਸੱਦ ਲੈਂਦੇ ਤਾਂ ਕਿਉਂ ਘੋੜਾ ਇੱਕ ਤੁਹਾਡਾ ਸ਼ਹੀਦ ਹੁੰਦਾ, ਕਿਉਂ ਹੋਰ ਸਿੱਖ ਸ਼ਹੀਦ ਹੁੰਦੇ। ਤੇ ਮਹਾਰਾਜ ਕਹਿਣ ਲੱਗੇ ਫਿਕਰ ਨਾ ਕਰ, ਜੰਗ ਅਜੇ ਪੈਣਾ ਹੈ। ਇਹਦਾ ਮਤਲਬ ਮਹਾਰਾਜ ਨੂੰ ਪਤਾ ਹੈ। ਤੇ ਮਹਾਰਾਜ ਜੀ ਦੇ ਬਾਰੇ ਕਹਿੰਦੇ ਵੀ ਪਤਾ ਨਾ ਲੱਗ ਜਾਏ ਵੀ ਜੰਗ ਕਰਨ ਆਏ ਹਾਂ। ਪਰਖੈ ਗੁਰ ਕੀ ਸਗਰੀ ਬਾਤ। ਗੁਰੂ ਸਾਹਿਬ ਦੀ ਹਰ ਗੱਲ ਚੰਗੀ ਤਰ੍ਹਾਂ ਸਮਝ ਲਈਏ, ਪਰਖ ਲਈਏ। ਸੈਨਾ ਆਦਿਕ ਦਲ ਬਲ ਯਾਦ ਪਾਏ ਹੈ ਘਾਤ। ਇਸ ਤਰ੍ਹਾਂ ਫਿਰ ਦਲ ਬਲ ਨਾਲ ਜਾ ਕੇ ਹਮਲਾ ਕਰਾਂਗੇ। ਇਸ ਆਏ ਤੇ ਪੁਨਰਨ ਮੰਡ। ਫਿਰ ਇਸ ਤਰ੍ਹਾਂ ਆ ਕੇ ਤੇ ਰਣ ਵਿੱਚ ਜੰਗ ਕਰਾਂਗੇ। ਹੜ ਕਰਨ ਤੇ ਕਰ ਖੰਡ ਖੰਡ ਹੈ। ਔਰ ਇਸ ਤਰ੍ਹਾਂ ਦੇ ਨਾਲ ਫੜ ਫੜ ਕੇ ਤੇ ਉਹਨਾਂ ਨੂੰ ਖੜਗ ਨਾਲ ਖੰਡ ਖੰਡ ਟੁਕੜੇ ਟੁਕੜੇ ਕਰ ਦੇਵਾਂਗੇ। ਦੋਰਾ ਖੋਜਾ ਅਨਵਰ ਖਾਨ ਸੁਨੋ ਕੀਨ ਸਰਾਹਨ ਬਾਤ। ਅਨਵਰ ਖਾਨ ਖੋਜਾ ਕਹਿਣ ਲੱਗਾ ਵੀ ਇਹ ਗੱਲ ਤਾਂ ਵਧੀਆ ਹੈਗੀ, ਪਹਿਲੇ ਜਾ ਕੇ ਮੈਂ ਪਤਾ ਕਰਦਾ। ਸ਼ਰਧਾਲੂ ਬਣ ਕੇ ਜਾਂਦਾ, ਬੜੇ ਆ ਜਾਂਦੇ ਨੇ ਸਾਧ ਸੰਗਤ, ਦੂਰੋਂ ਦੇਖਣ ਨੂੰ ਲੱਗਣਗੇ ਵੀ ਆਹ ਇਹ ਤਾਂ ਬੜਾ ਹੀ ਗੁਰਸਿੱਖ ਹੈ, ਇਹ ਤਾਂ ਬੜਾ ਹੀ ਮਹਾਨ ਸਿੱਖ ਲੱਗਦਾ ਹੈ। ਪਖੰਡ ਕਰਨ ਵਾਲੇ, ਦਿਖਾਵੇ ਕਰਨ ਵਾਲੇ, ਤੇ ਬਾਅਦ ਵਿੱਚ ਪਤਾ ਚੱਲਦਾ ਵੀ ਇਹ ਗੁਰੂ ਦੇ ਸਿੱਖ ਹੈ ਹੀ ਨਹੀਂ। ਆਪਸ ਵਿੱਚ ਵੰਡੀਆਂ ਪਾ ਦੇਣਗੇ, ਆਪਸ ਵਿੱਚ ਕਲੇਸ਼ ਪਾ ਦੇਣਗੇ, ਦੁੱਖ ਦਾ ਸਮਾਂ ਬਣਾ ਦੇਣਗੇ। ਬਹੁਤ ਵਾਰੀ ਐਸਾ ਹੋਇਆ ਜਦੋਂ ਸਿੱਖੀ ਸਰੂਪ 'ਚ ਗਦਾਰ ਪੈਦਾ ਹੋਏ ਨੇ। ਰੋਜ਼ ਪਤਾ ਲੱਗਦਾ ਵੀ ਨਿਹੰਗ ਸਿੰਘਾਂ ਦੇ ਬਾਣੇ ਪਾਏ ਹੋਏ, ਗੁਰੂ ਵਾਲੇ ਦਿਖਦੇ ਪਏ ਨੇ, ਸ਼ਸਤਰ ਪਾਏ ਹੋਏ ਨੇ, ਤੇ ਪਰ ਬਾਅਦ ਚ ਪਤਾ ਚੱਲਦਾ ਵੀ ਕੁਝ ਹੋਰ ਹੀ ਹੈਗੇ। ਇਸ ਤਰ੍ਹਾਂ ਇਹ ਵੀ ਲੱਗਦਾ ਵੀ ਸ਼ਰਧਾਲੂ ਰੂਪ ਚ ਆਖਿਆ ਜਾ ਕੇ ਮੈਂ ਪਤਾ ਕਰਦਾ, ਦੇਖਦਾ ਕੀ ਕੀ ਹੈਗਾ ਹੈ। ਇਵੇਂ ਆਛੀ ਕਰਨ ਹੈ ਜਾਨ ਲੀਜੀਏ ਇਹ ਕਿਹਾ ਵੀ ਇਵੇਂ ਹੀ ਆਸੀ ਕਰਨ ਹੈ ਜਾਨ ਲੀਜੀਏ ਘਾਤ। ਜੰਗ ਕਰਨਾ, ਹਮਲਾ ਕਰਨਾ, ਪਹਿਲੇ ਸਾਰਾ ਦੇਖ ਲਈਏ, ਪਰਖ ਲਈਏ, ਸਮਝ ਲਈਏ ਸੈਨਾ ਦੇ ਪੜਾਓ ਕਿੱਥੇ ਕਿੱਥੇ ਨੇ, ਉਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਨੇ, ਉਹਨਾਂ ਦੀ ਗਿਣਤੀ ਕਿੰਨੀ ਹੈ, ਔਰ ਕਿਤਨਾ ਦੇਰ ਤੱਕ ਜੰਗੀ ਸਾਜੋ ਸਮਾਨ ਉਹ ਵਰਤ ਸਕਦੇ, ਭਾਵ ਯੁੱਧ ਕਰ ਸਕਦੇ ਹਨ। ਖੋਜਾ ਅਨਵਰ ਖਾਨ ਕਹਿਣ ਲੱਗਾ ਵੀ ਇਹ ਸਾਰਾ ਪਹਿਲੇ ਪਰਖ ਲਈਏ। ਅਸ ਮਸਲਤ ਨਿਸ਼ਚੈ ਕਰੀ ਕਾਲੇ ਖਾਂ ਉਬਰਾ। ਇਸ ਤਰ੍ਹਾਂ ਸਾਰਿਆਂ ਨੇ ਸਲਾਹ ਕੀਤੀ ਤੇ ਕਾਲੇ ਖਾਂ ਜਿਹੜਾ ਚੌਧਰੀ ਹੈ, ਮੁਖੀ ਹੈ, ਭਇਓ ਤਿਆਰ ਤਵ ਚਲਨ ਕੋ ਅਨਵਰ ਜਾਂਕੂ ਨਾਵ। ਖੋਜਾ ਅਨਵਰ ਖਾਨ ਮਹਾਰਾਜ ਜੀ ਦੀ ਸੂਹ ਲੈਣ ਵਾਸਤੇ ਇੱਕ ਭੇਖੀ ਜਿਹਾ ਬਣ ਕੇ ਸ਼ਰਧਾਲੂਆਂ ਜਿਹਾਂ ਵਾਲੇ ਲਿਬਾਸ ਵਿੱਚ ਚੱਲ ਪਿਆ ਹੈ। ਦੋਰਾ ਸਾਹੋ ਸਹਿਤ ਤਿਮੇ ਪੈਂਦ ਕੋ ਭਾਕਿਓ ਸਗਲ ਪ੍ਰਸੰਗ। ਔਰ ਫਿਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਲਿਖਦੇ ਹਨ, ਬੜਾ ਸੋਹਣਾ, ਅਨਵਰ ਖਾਨ ਚਲਾ ਗਿਆ ਹੈ ਪਰਖਣ ਵਾਸਤੇ। ਸਾਹ ਸਹਿਤ ਇਮ ਪੈਂਦ ਕੋ, ਪੈਂਦੇ ਖਾਨ ਨੂੰ ਭਾਖਿਓ ਸਕਲ ਪ੍ਰਸੰਗ, ਸਾਰੀ ਵਾਰਤਾ ਦੱਸੀ ਹੈ। ਸ੍ਰੀ ਹਰਿ ਗੋਬਿੰਦ ਚੰਦ ਕੋ ਸੁਨੋ ਪ੍ਰੇਮ ਕੇ ਸੰਗ। ਸਾਰਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਸੰਗ ਹੈ, ਕਥਾ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸਾਰੇ ਪ੍ਰੇਮ ਨਾਲ ਸੁਣੋ।
ਵੀ ਇਹਨਾਂ ਤਾਂ ਸਾਰੀ ਵਿਉਂਤ ਬਣਾ ਲਈ, ਸੂਹ ਲੈਣ ਦਾ ਵੀ ਸਾਰਾ ਪ੍ਰਬੰਧ ਕਰ ਲਿਆ। ਮਹਾਰਾਜ ਨੂੰ ਫੜਨ ਵਾਸਤੇ ਬੜੇ ਚਾਅ ਵਿੱਚ ਆਏ ਨੇ, ਔਰ ਕਹਿੰਦੇ ਨੇ ਜਿਹੜਾ ਫੜੇਗਾ ਉਹਨੂੰ ਵੱਡਾ ਇਨਾਮ ਵੀ ਮਿਲੇਗਾ, ਉਹਨੂੰ 4 ਫੀਤੀਆਂ ਵੀ ਵੱਧ ਲੱਗ ਜਾਣਗੀਆਂ, ਉਹਦਾ ਰੈਂਕ ਵੀ ਵੱਡਾ ਹੋ ਜਾਏਗਾ। ਤੇ ਇਸ ਤਰ੍ਹਾਂ ਸਾਰੇ ਬੜੇ ਚਾਅ ਵਿੱਚ ਨੇ, ਗਿਣਤੀ ਬੜੀ ਵੱਡੀ ਹੈ। ਸਾਰਾ ਜੰਗੀ ਸਾਜੋ ਸਮਾਨ ਇਹਨਾਂ ਕੋਲ, ਰੈਕਲੇ ਜੰਬੂਰੇ ਆਦਿਕ ਸਭ ਕੁਝ ਹੈ। ਤੇ ਸਰਕਾਰ ਦੀ ਸੈਨਾ ਹੈ। ਸਰਕਾਰੀ ਤੇ ਕੁੱਤਾ ਹੋਵੇ ਤੇ ਉਹ ਮਾਣ ਨਹੀਂ ਹੁੰਦਾ, ਤੇ ਇਹ ਤੇ ਸਰਕਾਰੀ ਸੈਨਾ ਹੈ। ਸਰਕਾਰ ਦੇ ਤਾਂ ਮਾੜੇ ਮੋਟੇ ਏਜੰਟ ਹੀ ਮਾਣ ਨਹੀਂ, ਬਾਕੀਆਂ ਦੀ ਗੱਲਾਂ ਛੱਡੋ, ਇਹ ਤਾਂ ਸਾਰੀ ਸੈਨਾ ਹੀ ਸਿੱਧੀ ਸਰਕਾਰ ਦੀ ਹੈ। ਤੇ ਸ਼ਾਹਜਹਾਨ ਦਾ ਪੂਰਾ ਹੱਥ ਹੈਗਾ, ਉਹ ਚਾਹੁੰਦਾ ਹੈ ਵੀ ਕਿਸੇ ਤਰ੍ਹਾਂ ਪਕੜ ਕੇ ਲਿਆਂਦਾ ਜਾਵੇ। ਇਸ ਤਰ੍ਹਾਂ ਸਾਰੀ ਗੱਲਬਾਤ ਕਰਦੇ ਪਏ ਹਨ। ਤੇ ਭਾਈ ਸਾਹਿਬ ਕਹਿੰਦੇ ਨੇ ਅੱਗੋਂ ਮਹਾਰਾਜ ਜੀ ਦਾ ਪ੍ਰਸੰਗ ਸਾਰੀ ਸੰਗਤ ਪ੍ਰੇਮ ਨਾਲ ਸੁਣੋ। ਸਵਈਆ ਚੰਦ ਲਾਹੇ ਵਿਸਾਲ ਸੋ ਧਰਮਾ ਕੇ ਸਮ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੋਏ ਨੇ, ਲਾਏ ਵਿਸਾਲ ਸੋ ਧਰਮਾ ਕੇ ਸਮ। ਜਿਵੇਂ ਰਾਜਾ ਇੰਦਰ ਆਪਣੀ ਦੇਵਪੁਰੀ ਵਿੱਚ ਬੈਠਾ ਹੋਵੇ, ਉਦਾਹਰਣ ਦਿੰਦੇ ਪਏ, ਬਹੁਤ ਸਜੀ ਹੋਈ ਦੇਵਪੁਰੀ ਸਵਰਗ ਲੋਕ, ਤੇ ਉੱਥੋਂ ਦਾ ਰਾਜਾ ਇੰਦਰ ਜਿਵੇਂ ਵੱਡੀ ਸਭਾ ਲਾ ਕੇ ਬੈਠਾ ਹੈ। ਹਾਂਜੀ, ਦੀਪਦ ਸਭਾ ਗੁਰ ਇੰਦਰ ਮਨਿੰਦ। ਇਸ ਤਰ੍ਹਾਂ ਗੁਰੂ ਪਾਤਸ਼ਾਹ ਦੀ ਸਭਾ ਲੱਗ ਰਹੀ ਹੈ। ਸਾਰੀਆਂ ਦੇਵ ਸ਼ਖਸੀਅਤਾਂ, ਬ੍ਰਹਮ ਗਿਆਨੀ, ਨਿਤਨੇਮੀ ਜੀਵਨ ਵਾਲੇ, ਅੰਮ੍ਰਿਤ ਵੇਲੇ ਦੇ ਅਭਿਆਸੀ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਵਰਗੇ ਸੂਰਮੇ ਮਹਾਰਾਜ ਦੇ ਘਰ ਸਿਤਾਰਿਆਂ ਵਾਂਗੂ ਨੇ। ਤੇ ਮਹਾਰਾਜ ਚੰਦਰਮੇ ਦੀ ਤਰ੍ਹਾਂ ਚੰਦ ਮਨਿੰਦ ਉਸ ਦੀਵਾਨ ਵਿੱਚ, ਸਭਾ ਵਿੱਚ ਸ਼ੋਭਾ ਪਾ ਰਹੇ ਹਨ। ਚੌਂ ਦਿਸ ਤੇ ਸੰਗਤ ਨਿਤ ਆਵੈ। ਚਾਰੇ ਪਾਸਿਆਂ ਤੋਂ ਰੋਜ਼ਾਨਾ ਸੰਗਤ ਆ ਰਹੀ ਹੈ। ਦਰਸੈ ਪੂਜੈ ਪਦ ਅਰਬਿੰਦ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ ਤੇ ਚਰਨ ਕਮਲਾਂ ਤੇ ਮੱਥਾ ਟੇਕਦੇ ਨੇ, ਪੂਜਾ ਉਹਨਾਂ ਦੀ ਭਾਵ ਸਨਮਾਨ ਕਰਦੇ ਹਨ। ਸੁਰ ਸਮ ਸਿਗ ਕੇ ਭੀਰ ਨਿਕਟ ਬਹੁ। ਔਰ ਇਸ ਤਰ੍ਹਾਂ ਦੇ ਨਾਲ ਦੇਵਤਿਆਂ ਸਮਾਨ ਮਹਾਰਾਜ ਜੀ ਦੇ ਸਿੱਖ ਨੇ, ਤੇ ਵੱਡੀ ਗਿਣਤੀ ਹੈ ਸੰਗਤਾਂ ਦੀ। ਅਰਪ ਅਨੇਕ ਅਕੂਰਨ ਬ੍ਰਿੰਦ। ਵੱਡੀਆਂ ਵੱਡੀਆਂ ਭੇਟਾਵਾਂ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਦੇ ਹਨ। ਮਨੋ ਕਾਮਨਾ ਪ੍ਰਾਪਤ ਹੋਇ ਕੈ। ਸਾਰਿਆਂ ਨੂੰ ਮਹਾਰਾਜ ਦੇ ਘਰੋਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ, ਪ੍ਰਾਪਤ ਹੁੰਦੀਆਂ ਹਨ। ਜਸ ਉਚਰੈ ਸ੍ਰੀ ਹਰਿ ਗੋਬਿੰਦ। ਤੇ ਸਾਰੀਆਂ ਸੰਗਤਾਂ, ਸਿੱਖ, ਸ਼ਰਧਾਲੂ ਮਹਾਰਾਜ ਜੀ ਦਾ ਜਸ ਉਚਾਰਨ ਕਰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਇਸ ਤਰ੍ਹਾਂ ਕਰਦੇ ਨੇ। ਆਪਾਂ ਵੀ ਇੱਕ ਵਾਰੀ ਆਪਣੀ ਸੁਰਤ ਨੂੰ ਉੱਥੇ ਲੈ ਜਾਈਏ। ਨੇਤਰ ਬੰਦ ਕਰੋ ਤੇ ਸਾਰੀ ਸੰਗਤ ਵਿੱਚ ਸ਼ਾਮਲ ਹੋ ਕੇ ਮਹਾਰਾਜ ਜੀ ਦਾ ਦੀਦਾਰ ਕਰਦਿਆਂ ਹੋਇਆਂ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਹਰਗੋਬਿੰਦ ਸਾਹਿਬ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਗੋਬਿੰਦ ਸਾਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਰੌਣਕਾਂ ਕਰਤਾਰਪੁਰ ਵਿੱਚ ਲੱਗੀਆਂ ਹੋਈਆਂ ਹਨ। ਸੰਗਤਾਂ ਦੀ ਆਵਾਗਮਨ ਬਹੁਤ ਹੈ। ਤਰ੍ਹਾਂ ਤਰ੍ਹਾਂ ਦੀਆਂ ਪਿਆਰ ਭੇਟਾਵਾਂ, ਪ੍ਰੇਮ ਭੇਟਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬੜੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਜੀ, ਪਿਛਲੇ ਦਿਨਾਂ ਤੋਂ ਉਹਨਾਂ ਦੀ ਕੁਝ ਸਿਹਤ ਨਾਸਾਜ਼ ਹੈ। ਆਪ ਸਾਰਿਆਂ ਨੇ ਅਰਦਾਸ ਕਰਨੀ ਵੀ ਮਹਾਰਾਜ ਉਹਨਾਂ ਨੂੰ ਸਿਹਤਯਾਬੀ ਬਖਸ਼ਣ ਤੇ ਚੜ੍ਹਦੀ ਕਲਾ ਨਾਲ ਤਖਤ ਸਾਹਿਬ ਜੀ ਦੀ ਸੇਵਾ ਵਿੱਚ ਸਮਰਪਿਤ ਹੋ ਕੇ ਜਿਵੇਂ ਸੇਵਾਵਾਂ ਨਿਭਾਈਆਂ ਜਾ ਰਹੀਆਂ। ਬਹੁਤ ਸੋਹਣੇ ਲੰਗਰਾਂ ਦੀਆਂ ਇਮਾਰਤਾਂ, ਧੰਨ ਧੰਨ ਮਾਤ ਨਾਨਕੀ ਸਾਹਿਬਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਾਦੀ ਮਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਜਨਨੀ ਮਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ, ਉਹਨਾਂ ਦੇ ਨਾਮ ਤੇ ਬਹੁਤ ਸੋਹਣੇ ਜਿਹੜੇ ਨੇ ਉਹ ਲੰਗਰ ਫੁੱਲੀ ਆਟੋਮੈਟਿਕ ਤੇ ਅਨਟੱਚ ਸੰਗਤਾਂ ਦੇ ਵਾਸਤੇ ਤਿਆਰ ਹੋ ਰਹੇ ਨੇ। ਹੋਰ ਬਹੁਤ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ। ਰਾਜਗੀਰ ਵਿਖੇ ਕਾਫੀ ਸਾਰੇ ਰਿਹਾਇਸ਼ੀ ਕਮਰੇ ਤਿਆਰ ਹੋ ਰਹੇ ਨੇ। ਸੰਗਤਾਂ ਆਵਣ ਤੇ ਉੱਥੇ ਵੀ ਆਨੰਦ ਨਾਲ ਠਹਿਰਨ। ਸਾਰਾ ਪ੍ਰਬੰਧ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਲਾ ਵਰਤਾ ਕੇ ਕਰ ਰਹੇ ਨੇ। ਬਸ ਆਪਾਂ ਸਾਰਿਆਂ ਨੇ ਅਰਦਾਸ ਹੀ ਕਰਨੀ
ਤੇ ਮਹਾਰਾਜ ਕਹਿੰਦੇ ਨੇ ਜੇ ਕੀ ਬਿਰਤਾ ਹੋਏ ਸੋ ਗੁਰ ਪਹਿ ਅਰਦਾਸ ਕਰ। ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਿਆਂ ਹੋਇਆਂ ਮਹਾਰਾਜ ਕੋਲ ਆਪਣੇ ਲਈ ਵੀ ਦੇਹ ਅਰੋਗਤਾ, ਪਰਿਵਾਰ ਵਿੱਚ ਖੁਸ਼ੀਆਂ ਖੇੜੇ, ਚੜ੍ਹਦੀ ਕਲਾ ਤੇ ਕੌਮ ਦੀ ਚੜ੍ਹਦੀ ਕਲਾ ਲਈ ਵੀ ਆਪਾਂ ਅਰਦਾਸਾਂ ਕਰਨੀਆਂ ਨੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਰਲ ਕੇ 2 ਮਿੰਟ ਮਹਾਮੰਤਰ ਗੁਰੂ ਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।